Hello everyone, welcome to the nursing series. Let's start with our questions. First question is, a client with OCD spends many hours each day washing her hands. The most likely reason she washes her hands so much is that. So ਸਭ ਤੋਂ ਪਹਿਲਾਂ OCD ਕੀ ਹੁੰਦਾ ਆ? OCD is obsessive compulsive disorder. ਸੋ ਇੱਕ ਮੈਂਟਲ ਕੰਡੀਸ਼ਨ ਆ ਜਿੱਥੇ ਬੰਦੇ ਦੇ ਮਾਈਂਡ ਦੇ ਵਿੱਚ ਅਨਵਾਂਟਡ ਥੋਟਸ ਬਾਰ-ਬਾਰ ਆਉਂਦੇ ਰਹਿੰਦੇ ਆ ਐਂਡ ਇਹ ਰਿਪੀਟਡ ਅਨਵਾਂਟਡ ਥੋਟਸ ਨੂੰ ਕਿਹਾ ਜਾਂਦਾ ਆ ਓਬਸੈਸ਼ਨਸ। ਤੇ ਉਹਨਾਂ ਥੋਟਸ ਦੇ ਕਰਕੇ ਫਿਰ ਪੇਸ਼ੈਂਟ ਨੂੰ ਐਂਜ਼ਾਈਟੀ ਹੋਣੀ ਸਟਾਰਟ ਹੋ ਜਾਂਦੀ ਹੈ ਐਂਡ ਉਸ ਐਂਜ਼ਾਈਟੀ ਨੂੰ ਘੱਟ ਕਰਨ ਲਈ ਪਰਸਨ ਕੋਈ ਨਾ ਕੋਈ ਐਕਸ਼ਨਸ ਰਿਪੀਟਡਲੀ ਪਰਫਾਰਮ ਕਰਦਾ ਆ। ਉਹਨਾਂ ਰੈਪੀਟੇਟਿਵ ਐਕਸ਼ਨਸ ਨੂੰ ਕਿਹਾ ਜਾਂਦਾ ਆ ਕੰਪਲਸ਼ਨਸ। ਜਦੋਂ ਉਹ ਕੰਪਲਸਿਵ ਐਕਸ਼ਨ ਪਰਸਨ ਨੇ ਕਰ ਲਿਆ ਤਾਂ ਥੋੜ੍ਹਾ ਟਾਈਮ ਲਈ ਉਹਦੀ ਐਂਜ਼ਾਈਟੀ ਰਿਲੀਵ ਹੋ ਜਾਂਦੀ ਹੈਗੀ ਆ, ਬਟ ਅਗੇਨ ਸੇਮ ਸਾਈਕਲ ਕੰਟੀਨਿਊ ਕਰਦਾ ਰਹਿੰਦਾ ਹੈ ਬਿਕੋਜ਼ ਜੋ ਐਂਜ਼ਾਈਟੀ ਰਿਲੀਫ ਆ ਉਹ ਟੈਂਪਰਰੀ ਰਿਲੀਫ ਹੁੰਦੀ ਆ, ਅਗੇਨ ਸਾਈਕਲ ਉਹ ਸੇਮ ਕੰਟੀਨਿਊ ਹੁੰਦਾ ਆ। ਸੋ ਕੁਐਸਚਨ 'ਚ ਕਿਹਾ ਗਿਆ ਕਿ ਕਲਾਇੰਟ ਨੂੰ ਓਬਸੈਸਿਵ ਕੰਪਲਸਿਵ ਡਿਸਆਰਡਰ ਆ ਅਤੇ ਉਹ ਦਿਨ ਦੇ ਵਿੱਚ ਕਈ ਆਵਰਸ ਦੇ ਲਈ ਹੈਂਡ ਵਾਸ਼ਿੰਗ ਕਰ ਰਹੀ ਹੈਗੀ ਆ, ਉਹਦਾ ਕੀ ਰੀਜ਼ਨ ਆ? Option A relieves her anxiety, B reduces the probability of infection, C gives her a feeling of control over her life, D increases her self-concept. ਸੋ ਹੁਣ ਇਸ ਸਿਚੁਏਸ਼ਨ ਦੇ ਵਿੱਚ ਕੀ ਹੋ ਰਿਹਾ ਹੈ ਕਿ ਪੇਸ਼ੈਂਟ ਨੂੰ ਓਬਸੈਸ਼ਨ ਹੋ ਰਹੀ ਆ ਕਿ ਉਹਦੇ ਹੈਂਡਸ ਡਰਟੀ ਹੈਗੇ ਆ, ਜਿਹਦੇ ਕਰਕੇ ਉਹਨੂੰ ਐਂਜ਼ਾਈਟੀ ਹੋਣੀ ਸਟਾਰਟ ਹੋ ਜੂਗੀ ਜਿੰਨੀ ਦੇਰ ਤੱਕ ਉਹ ਹੈਂਡ ਵਾਸ਼ ਨਹੀਂ ਕਰੂਗੀ। ਸੋ ਉਸ ਐਂਜ਼ਾਈਟੀ ਨੂੰ ਰਿਲੀਵ ਕਰਨ ਲਈ ਪੇਸ਼ੈਂਟ ਕੋਈ ਨਾ ਕੋਈ ਐਕਸ਼ਨ ਰਿਪੀਟਡਲੀ ਪਰਫਾਰਮ ਕਰ ਰਹੀ ਆ। ਸੋ ਉਹਨੂੰ ਲੱਗਣ ਦੇ ਉਹਦੇ ਹੈਂਡਸ ਡਰਟੀ ਹੈ ਜਿਹਦੇ ਕਰਕੇ ਉਹ ਬਾਰ-ਬਾਰ ਹੈਂਡ ਵਾਸ਼ਿੰਗ ਕਰ ਰਹੀ ਆ। ਸੋ ਉਹ ਹੋ ਗਿਆ ਉਹਦਾ ਕੰਪਲਸਿਵ ਐਕਸ਼ਨ ਕਿ ਜਿੰਨੀ ਦੇਰ ਉਹ ਹੈਂਡ ਵਾਸ਼ ਨਹੀਂ ਕਰੂਗੀ ਉਹਦੀ ਐਂਜ਼ਾਈਟੀ ਰਿਲੀਵ ਨਹੀਂ ਹੋਊਗੀ। ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ OCD ਵਾਲਾ ਪੇਸ਼ੈਂਟ ਕਿਉਂ ਕੋਈ ਐਕਸ਼ਨ ਰਿਪੀਟਡਲੀ ਪਰਫਾਰਮ ਕਰਦਾ ਆ? ਐਂਜ਼ਾਈਟੀ ਨੂੰ ਟੈਂਪਰੇਰੀਲੀ ਰਿਲੀਵ ਕਰਨ ਲਈ। ਸੋ ਕਰੈਕਟ ਆਨਸਰ ਆਪਣਾ ਕੀ ਆ ਗਿਆ? ਆਪਸ਼ਨ A ਰਿਲੀਵਸ ਹਰ ਐਂਜ਼ਾਈਟੀ। Next question है जी, which of the following is the most appropriate therapy for a client with agoraphobia? So agoraphobia ਕੀ ਹੁੰਦਾ ਆ? ਟਾਈਪ ਆਫ ਫੋਬੀਆ ਆ ਜਿਹਦੇ ਵਿੱਚ ਪਰਸਨ ਨੂੰ ਫੇਅਰ ਆਫ ਓਪਨ ਸਪੇਸਿਸ ਹੁੰਦਾ ਆ। ਪਰਸਨ ਬਹੁਤ ਜ਼ਿਆਦਾ ਖੁੱਲ੍ਹੀਆਂ ਜਗ੍ਹਾ 'ਤੇ ਜਾਣ ਤੋਂ ਡਰਦਾ ਆ ਜਾਂ ਫਿਰ ਪਰਸਨ ਕੋਈ ਕਰਾਊਡਡ ਪਲੇਸਿਸ 'ਤੇ ਜਾਣ ਤੋਂ ਡਰਦਾ ਹੈਗਾ ਆ। ਸੋ ਕੁਐਸਚਨ 'ਚ ਸਾਨੂੰ ਪੁੱਛਿਆ ਕਿ ਇਸ ਪੇਸ਼ੈਂਟ ਦੇ ਵਿੱਚ ਸਭ ਤੋਂ ਐਪਰੋਪਰੀਏਟ ਥੈਰੇਪੀ ਕੀ ਹੋਊਗੀ? ਆਪਸ਼ਨ A 10 mg ਵੈਲੀਅਮ, B group therapy with other agoraphobics, C facing the fear in a gradual step progression, D hypnosis. ਸੋ ਕਿਸੇ ਵੀ ਟਾਈਪ ਆਫ ਫੋਬੀਆ ਦੇ ਵਿੱਚ ਸਭ ਤੋਂ ਇਫੈਕਟਿਵ ਥੈਰੇਪੀ ਹੁੰਦੀ ਆ ਗ੍ਰੈਜੂਅਲ ਐਕਸਪੋਜਰ ਥੈਰੇਪੀ, ਜਿਹਨੂੰ ਸਿਸਟਮੈਟਿਕ ਡੀਸੈਂਸਿਟਾਈਜੇਸ਼ਨ ਵੀ ਕਿਹਾ ਜਾਂਦਾ ਆ। ਮਤਲਬ ਪੇਸ਼ੈਂਟ ਨੂੰ ਸਟੈਪ ਬਾਏ ਸਟੈਪ ਉਸ ਫੇਅਰ ਵਾਲੀ ਸਿਚੁਏਸ਼ਨ ਨੂੰ ਐਕਸਪੋਜ਼ ਕਰਵਾਇਆ ਜਾਂਦਾ ਹੈ। ਇਹ ਮੈਥਡ ਐਂਜ਼ਾਈਟੀ ਨੂੰ ਸਲੋਲੀ ਰਿਡਿਊਸ ਕਰਦਾ ਆ ਅਤੇ ਕੌਨਫੀਡੈਂਸ ਇੰਕਰੀਜ਼ ਕਰਦਾ ਹੈਗਾ ਆ। ਹੁਣ ਸਾਡੇ ਕੋਲ ਆਪਸ਼ਨਸ ਦਿੱਤੀਆਂ। ਆਪਸ਼ਨ A 10 mg ਵੈਲੀਅਮ। ਸੋ ਵੈਲੀਅਮ ਦਾ ਜੋ ਜੈਨਰਿਕ ਨੇਮ ਹੈਗਾ ਆ ਦੈਟ ਇਜ਼ ਡਾਇਆਜ਼ੇਪਾਮ। ਇਹ ਬੈਂਜ਼ੋਡਾਇਜ਼ੇਪੀਨ ਕੈਟੇਗਰੀ ਦੇ ਵਿੱਚ ਆਉਂਦਾ ਆ ਐਂਡ ਇਹ ਐਂਜ਼ਾਈਟੀ ਨੂੰ ਟੈਂਪਰੇਰੀਲੀ ਰਿਡਿਊਸ ਕਰ ਸਕਦਾ ਆ, ਪਰ ਪ੍ਰਾਇਮਰੀ ਟਰੀਟਮੈਂਟ ਨਹੀਂ ਹੈਗਾ ਫੋਬੀਆ ਦੇ ਵਿੱਚ। ਇਹ ਅਸੀਂ ਸਲੈਕਟ ਕਰਨੀ ਆ ਮੋਸਟ ਐਪਰੋਪਰੀਏਟ ਥੈਰੇਪੀ। ਬਾਕੀ ਆਪਸ਼ਨਸ ਦੇਖਦੇ ਹਾਂ। B ਗਰੁੱਪ ਥੈਰੇਪੀ ਵਿਦ ਅਦਰ ਅਗੋਰਾਫੋਬਿਕਸ। ਸੋ ਹੁਣ ਜਿਹੜੇ ਹੋਰ ਵੀ ਪੇਸ਼ੈਂਟ ਅਗੋਰਾਫੋਬੀਆ ਵਾਲੇ ਹੈਗੇ ਆ ਉਹਨਾਂ ਦੇ ਨਾਲ ਗਰੁੱਪ ਥੈਰੇਪੀ ਪ੍ਰੋਵਾਈਡ ਕਰੀਏ ਪੇਸ਼ੈਂਟ ਨੂੰ। ਸੋ ਇਹ ਕੁਛ ਹੱਦ ਤੱਕ ਹੈਲਪਫੁਲ ਹੋ ਸਕਦੀ ਆ ਬਟ ਮੋਸਟ ਐਪਰੋਪਰੀਏਟ ਨਹੀਂ ਆ ਬਿਕੋਜ਼ ਇਹਦੇ ਨਾਲ ਪੇਸ਼ੈਂਟ ਦਾ ਡਰ ਤਾਂ ਨਹੀਂ ਦੂਰ ਹੋ ਰਿਹਾ। ਦੈਨ C ਫੇਸਿੰਗ ਦ ਫੇਅਰ ਇਨ ਅ ਗ੍ਰੈਜੂਅਲ ਸਟੈਪ ਪ੍ਰੋਗਰੈਸ਼ਨ। ਸੋ ਯੈਸ ਦਿਸ ਇਜ਼ ਕਰੈਕਟ ਬਿਕੋਜ਼ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੋਸਟ ਆਫ ਦ ਫੋਬੀਆਸ ਦੇ ਵਿੱਚ ਗ੍ਰੈਜੂਅਲ ਐਕਸਪੋਜਰ ਕਰਵਾਇਆ ਜਾਂਦਾ ਆ। ਆਪਸ਼ਨ D ਦਿੱਤੀ ਹੈ ਹਿਪਨੋਸਿਸ। ਹਿਪਨੋਸਿਸ ਵੀ ਸਟੈਂਡਰਡ ਫਸਟ ਲਾਈਨ ਟਰੀਟਮੈਂਟ ਨਹੀਂ ਹੈਗਾ ਇਨ ਕੇਸ ਆਫ ਅਗੋਰਾਫੋਬੀਆ, ਸੋ ਦਿਸ ਇਜ਼ ਆਲਸੋ ਰੋਂਗ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦ ਫੋਲੋਇੰਗ ਡਿਫੈਂਸ ਮੈਕੈਨਿਜ਼ਮ ਡਿਸਕ੍ਰਾਈਬਸ ਅੰਡਰਲਾਈਂਗ ਸਾਈਕੋਡਾਇਨਮਿਕਸ ਆਫ ਸੋਮੈਟਿਕ ਸਿੰਪਟਮ ਡਿਸਆਰਡਰ? ਸੋ ਸੋਮੈਟਿਕ ਸਿੰਪਟਮ ਡਿਸਆਰਡਰ ਦੇ ਵਿੱਚ ਪੇਸ਼ੈਂਟ ਦੀ ਸਾਈਕੋਲੋਜੀਕਲ ਐਂਜ਼ਾਈਟੀ ਅਨਕੌਂਸ਼ੀਅਸ ਲੈਵਲ 'ਤੇ ਰਿਪਰੈਸ ਹੋ ਜਾਂਦੀ ਆ
ਤੇ ਉਹ ਐਂਜ਼ਾਈਟੀ ਫਿਜ਼ੀਕਲ ਸਿੰਪਟਮਸ ਦੀ ਫਾਰਮ ਦੇ ਵਿੱਚ ਅਪੇਅਰ ਹੁੰਦੀ ਆ। ਮਤਲਬ ਪੇਸ਼ੈਂਟ ਨੂੰ ਐਕਚੁਅਲ ਦੇ ਵਿੱਚ ਇਮੋਸ਼ਨਲ ਸਟ੍ਰੈਸ ਜਾਂ ਫਿਰ ਐਂਜ਼ਾਈਟੀ ਜੋ ਹੈਗੀ ਆ ਉਹ ਕੌਨਸ਼ੀਅਸ ਲੈਵਲ 'ਤੇ ਨਹੀਂ ਹੁੰਦੀ ਹੈਗੀ, ਉਹਨੂੰ ਫੀਲ ਨਹੀਂ ਹੁੰਦੀ ਪੇਸ਼ੈਂਟ ਨੂੰ, ਪਰ ਬੋਡੀ ਜੋ ਹੈ ਉਹ ਐਕਚੁਅਲ ਦੇ ਵਿੱਚ ਸਾਈਨ ਐਂਡ ਸਿੰਪਟਮਸ ਸ਼ੋ ਕਰਨਾ ਸਟਾਰਟ ਕਰ ਦਿੰਦੀ ਹੈ, ਲਾਈਕ ਪੇਨ, ਫਟੀਗ, ਵੀਕਨੈਸ। ਸੋ ਕੁਐਸਚਨ 'ਚ ਸਾਨੂੰ ਪੁੱਛਿਆ ਕਿ ਕਿਹੜਾ ਡਿਫੈਂਸ ਮੈਕੈਨਿਜ਼ਮ ਸੋਮੈਟਿਕ ਸਿੰਪਟਮ ਡਿਸਆਰਡਰ ਦੇ ਅੰਡਰਲਾਈਂਗ ਸਾਈਕੋਡਾਇਨਾਮਿਕਸ ਨੂੰ ਡਿਸਕ੍ਰਾਈਬ ਕਰਦਾ ਆ। ਆਪਸ਼ਨ ਏ ਡਿਨਾਇਲ ਆਫ ਡਿਪਰੈਸ਼ਨ। ਸੋ ਡਿਨਾਇਲ ਦੇ ਵਿੱਚ ਪੇਸ਼ੈਂਟ ਨੂੰ ਆਪ ਨੂੰ ਕੌਨਸ਼ੀਅਸਲੀ ਐਕਚੁਅਲ ਪ੍ਰੋਬਲਮ ਦਾ ਪਤਾ ਹੁੰਦਾ ਆ, ਪਰ ਉਹ ਉਸ ਨੂੰ ਅਸੈਪਟ ਨਹੀਂ ਕਰਦਾ ਹੈਗਾ। ਵਿੱਚ ਪਰਸਨ ਨੂੰ ਐਕਚੁਅਲ 'ਚ ਡਿਪਰੈਸਿਵ ਸਿੰਪਟਮਸ ਫੀਲ ਹੁੰਦੇ ਆ, ਬਸ ਉਹ ਡਿਨਾਈ ਕਰਦਾ, ਮੰਨਦਾ ਨਹੀਂ ਹੈਗਾ ਕਿ ਉਹਨੂੰ ਸਿੰਪਟਮ ਆਉਂਦੇ ਆ। ਪਰ ਸੋਮੈਟਿਕ ਸਿੰਪਟਮ ਡਿਸਆਰਡਰ ਦੇ ਵਿੱਚ ਇੱਦਾਂ ਨਹੀਂ ਹੁੰਦਾ, ਬਿਕੋਜ਼ ਸੋਮੈਟਿਕ ਸਿੰਪਟਮ ਡਿਸਆਰਡਰ 'ਚ ਤਾਂ ਪਰਸਨ ਨੂੰ ਸਟ੍ਰੈਸ, ਐਂਜ਼ਾਈਟੀ ਐਕਚੁਅਲ 'ਚ ਫੀਲ ਹੀ ਨਹੀਂ ਹੁੰਦੀ ਹੈਗੀ। ਸੋ ਦਿਸ ਇਜ਼ ਰੋਂਗ। Then B, repression of anxiety. So yes, this is correct because ਇਹੀ ਜੋ ਹੈ ਇਹਦੇ ਕਰਕੇ ਹੀ somatic symptom disorder appear ਹੁੰਦਾ ਹੈ। ਰਿਪਰੈਸ਼ਨ ਦਾ ਮਤਲਬ ਹੁੰਦਾ ਹੈ ਕਿ ਪਰਸਨ ਜਾਣਬੁੱਝ ਕੇ ਕੁਝ ਨਹੀਂ ਕਰ ਰਿਹਾ ਹੈਗਾ, ਪਰ ਅਨਕੌਂਸ਼ੀਅਸਲੀ ਆਪਣੀ ਇਮੋਸ਼ਨਲ ਫੀਲਿੰਗਸ ਨੂੰ ਮਾਈਂਡ ਦੇ ਅੰਦਰ ਹੀ ਦਬਾ ਦਿੰਦਾ ਆ। ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਦੀ ਫੀਲਿੰਗਸ ਇੱਦਾਂ ਹੀ ਅੰਦਰ ਦਬੀਆਂ ਜਾਂਦੀਆਂ। ਸੋ ਪੇਸ਼ੈਂਟ ਨੂੰ ਰਿਲਾਈਜ਼ ਨਹੀਂ ਹੁੰਦਾ ਕਿ ਉਹ ਐਂਸ਼ੀਅਸ ਆ ਜਾਂ ਸਟ੍ਰੈਸ ਦੇ ਵਿੱਚ ਆ। ਐਂਡ ਸੋਮੈਟਿਕ ਸਿੰਪਟਮ ਡਿਸਆਰਡਰ 'ਚ ਇਹ ਹਿਡਨ ਜਾਂ ਰਿਪਰੈਸਡ ਐਂਜ਼ਾਈਟੀ ਫਿਜ਼ੀਕਲ ਸਿੰਪਟਮ ਦੀ ਫਾਰਮ ਦੇ ਵਿੱਚ ਅਪੇਅਰ ਹੁੰਦੀ ਆ, ਲਾਈਕ ਪੇਸ਼ੈਂਟ ਨੂੰ ਹੈਡੇਕ ਹੁੰਦੀ ਆ, ਸਟਮਕ ਪੇਨ ਹੁੰਦੀ, ਬੋਡੀ ਏਕਸ ਹੁੰਦੀਆਂ ਆ। ਐਂਡ ਜੋ ਵੀ ਮੈਡੀਕਲ ਟੈਸਟ ਕੀਤੇ ਜਾਂਦੇ ਆ ਉਹਨਾਂ ਵਿੱਚ ਇਹਨਾਂ ਦਾ ਕੋਈ ਵੀ ਅਪੈਰੈਂਟ ਕਾਜ਼ ਨਹੀਂ ਆਉਂਦਾ ਹੈਗਾ, ਬਟ ਪੇਸ਼ੈਂਟ ਨੂੰ ਉਹ ਸਾਰਾ ਕੁਛ ਕਿਉਂ ਹੋ ਰਿਹਾ? ਬਿਕੋਜ਼ ਉਹਦੀ ਅਨਕੌਂਸ਼ੀਅਸਲੀ ਜੋ ਐਂਜ਼ਾਈਟੀ, ਸਟ੍ਰੈਸ ਉਹ ਅੰਦਰ ਦੱਬੀ ਹੋਈ ਆ। ਦੈਨ ਆਪਸ਼ਨ ਸੀ, ਸਪਰੈਸ਼ਨ ਆਫ ਗਰੀਫ। ਸੋ ਇਹ ਵਾਲੇ ਪੇਸ਼ੈਂਟਸ ਦੇ ਵਿੱਚ ਜੋ ਸਿੰਪਟਮਸ ਉਹਨਾਂ ਨੂੰ ਆਉਂਦੇ ਹੈਗੇ ਆ ਉਹ ਫੇਕ ਨਹੀਂ ਹੈਗੇ, ਸਿੰਪਟਮਸ ਰੀਅਲ ਹੁੰਦੇ ਆ, ਪਰ ਉਹਨਾਂ ਦੀ ਓਰੀਜਨ ਸਾਈਕੋਲੋਜੀਕਲ ਹੁੰਦੀ ਆ। ਐਂਡ ਦਿਸ ਇਜ਼ ਕਰੈਕਟ ਆਪਸ਼ਨ, ਰਿਪਰੈਸ਼ਨ ਆਫ ਐਂਜ਼ਾਈਟੀ। ਆਪਸ਼ਨ ਸੀ, ਸਪਰੈਸ਼ਨ ਆਫ ਗਰੀਫ। ਸੋ ਸਪਰੈਸ਼ਨ ਕੌਨਸ਼ੀਅਸ ਪ੍ਰੋਸੈਸ ਹੁੰਦਾ ਆ, ਪਰਸਨ ਪੂਰੀ ਹੋਸ਼ੋ ਆਵਾਜ਼ ਦੇ ਵਿੱਚ ਆਪਣੇ ਜੋ ਵੀ ਉਹਦੇ ਇਮੋਸ਼ਨਸ ਜਾਂ ਆਪਣੀ ਸਟ੍ਰੈਸ ਨੂੰ ਇਗਨੋਰ ਕਰਦਾ ਆ। ਐਂਡ ਸੋਮੈਟਿਕ ਸਿੰਪਟਮ ਡਿਸਆਰਡਰ ਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ, ਇਹ ਅਨਕੌਂਸ਼ੀਅਸ ਪ੍ਰੋਸੈਸ ਕਰਕੇ ਹੁੰਦਾ, ਰਿਪਰੈਸ਼ਨ ਕਰਕੇ ਹੁੰਦਾ, ਨਾ ਕਿ ਸਪਰੈਸ਼ਨ ਕਰਕੇ। ਸੋ ਦਿਸ ਇਜ਼ ਆਲਸੋ ਰੋਂਗ। ਆਪਸ਼ਨ ਡੀ, ਡਿਸਪਲੇਸਮੈਂਟ ਆਫ ਐਂਗਰ। ਸੋ ਇਹਦਾ ਮਤਲਬ ਇਹ ਆ ਕਿ ਪਰਸਨ ਆਪਣੇ ਐਂਗਰ ਨੂੰ ਕਿਸੇ ਹੋਰ ਪਰਸਨ ਜਾਂ ਓਬਜੈਕਟ 'ਤੇ ਸ਼ਿਫਟ ਕਰਦਾ ਆ ਜੋ ਕਿ ਸੇਫਰ ਟਾਰਗੇਟ ਆ। ਸੋ ਦਿਸ ਇਜ਼ ਆਲਸੋ ਰੋਂਗ ਫॉर ਸੋਮੈਟਿਕ ਸਿੰਪਟਮ ਡਿਸਆਰਡਰ। ਕਰੈਕਟ ਆਂਸਰ ਆਪਣਾ ਆ ਗਿਆ ਇਹਦੇ ਵਿੱਚ, ਕਿਉਂ ਇਹ ਹੁੰਦਾ ਹੈ? ਡਿਊ ਟੂ ਰਿਪਰੈਸ਼ਨ ਆਫ ਐਂਜ਼ਾਈਟੀ। ਨੈਕਸਟ ਕੁਐਸਚਨ ਹੈ ਜੀ, ਦ ਮੌਡਸਲੇ ਅਪਰੋਚ ਟੂ ਟਰੀਟਮੈਂਟ ਆਫ ਐਡੋਲਸੈਂਟਸ ਵਿਦ ਐਨੋਰੈਕਸੀਆ ਨਰਵੋਜ਼ਾ ਐਡਵਾਂਸਿਸ ਵਿਚ ਆਫ ਦ ਫੋਲੋਇੰਗ ਫੰਡਾਮੈਂਟਲ ਕੰਸੈਪਟਸ। ਸੋ ਐਨੋਰੈਕਸੀਆ ਨਰਵੋਜ਼ਾ ਜੋ ਕਿ ਈਟਿੰਗ ਡਿਸਆਰਡਰ ਹੈਗਾ ਵਾ, ਇਹ ਵਾਲੇ ਐਡੋਲਸੈਂਟਸ ਦੇ ਵਿੱਚ ਜੋ ਮੌਡਸਲੇ ਅਪਰੋਚ ਹੈਗੀ ਆ, ਇਹਦਾ ਮੇਨ ਕੰਸੈਪਟ ਕੀ ਹੁੰਦਾ ਆ? ਸੋ ਇਹ ਜੋ ਅਪਰੋਚ ਆ ਇਹ ਫੈਮਿਲੀ ਬੇਸਡ ਥੈਰੇਪੀ ਆ। ਸੋ ਇਹਦਾ ਮੇਨ ਕੰਸੈਪਟ ਹੁੰਦਾ ਆ ਕਿ ਪੇਰੈਂਟਸ ਤੇ ਫੈਮਿਲੀ ਨੂੰ ਟਰੀਟਮੈਂਟ ਦੇ ਹਰ ਫੇਸ ਦੇ ਵਿੱਚ ਐਕਟਿਵਲੀ ਇਨਵੋਲਵ ਕਰਨਾ। ਸੋ ਇਸ ਅਪਰੋਚ ਦੇ ਵਿੱਚ ਪੇਰੈਂਟਸ ਜੋ ਆ ਚਾਈਲਡ ਦੀ ਈਟਿੰਗ ਨੂੰ ਸੁਪਰਵਾਈਜ਼ ਕਰਦੇ ਆ, ਉਹਨੂੰ ਵੇਟ ਰੀਸਟੋਰ ਕਰਨ ਦੇ ਵਿੱਚ ਹੈਲਪ ਕਰਦੇ ਹੈਗੇ ਆ। ਸੋ ਕੀ ਮਤਲਬ ਹੋਇਆ ਇਹਦਾ ਮੇਨ, ਕਿ ਫੈਮਿਲੀ ਟਰੀਟਮੈਂਟ ਦੇ ਵਿੱਚ ਮੇਨ ਰੋਲ ਪਲੇ ਕਰਦੀ ਆ। ਹੁਣ ਮੌਡਸਲੇ ਅਪਰੋਚ ਜੋ ਹੈ ਫੈਮਿਲੀ ਬੇਸਡ ਥੈਰੇਪੀ ਆ, ਇਹਦੇ ਵਿੱਚ ਮੇਨਲੀ 3 ਫੇਸਿਸ ਆਉਂਦੇ ਹੈਗੇ ਆ। ਸੋ ਫਸਟ ਫੇਜ਼ ਜੋ ਹੁੰਦਾ ਆ ਦੈਟ ਇਜ਼ ਵੇਟ ਰੀਸਟੋਰੇਸ਼ਨ ਫੇਜ਼। ਸੋ ਇਹਦੇ ਵਿੱਚ ਪੇਰੈਂਟਸ ਜੋ ਆ ਪੇਸ਼ੈਂਟ ਦਾ ਮੀਲ ਸੁਪਰਵਾਈਜ਼ ਕਰਦੇ ਆ, ਈਟਿੰਗ ਇਨਕਰੀਜ਼ ਕਰਵਾਈ ਜਾਂਦੀ ਹੈਗੀ ਆ ਉਹਨਾਂ ਦੇ ਵਿੱਚ। ਦੈਨ ਸੈਕਿੰਡ ਫੇਜ਼ ਆ ਜਾਂਦਾ ਆ ਰਿਟਰਨ ਕੰਟਰੋਲ ਟੂ ਐਡੋਲਸੈਂਟ। ਸੋ ਗ੍ਰੈਜੂਅਲੀ ਜੋ ਈਟਿੰਗ ਰਿਸਪੌਂਸਿਬਿਲਿਟੀ ਆ ਉਹ ਐਡੋਲਸੈਂਟ ਨੂੰ ਖੁਦ ਨੂੰ ਦਿੱਤੀ ਜਾਂਦੀ ਆ। ਐਂਡ ਦੈਨ ਥਰਡ ਫੇਜ਼ ਆ ਜਾਂਦਾ ਹੈਗਾ ਹੈਲਦੀ ਈਟ ਆਈਡੈਂਟੀਟੀ ਡਿਵੈਲਪਮੈਂਟ। ਸੋ ਇਸ ਥਰਡ ਫੇਜ਼ ਦੇ ਵਿੱਚ ਨੋਰਮਲੀ ਐਡੋਲਸੈਂਟਸ ਦੀ ਇੰਡੀਪੈਂਡੈਂਸ ਸਪੋਰਟ ਕੀਤੀ ਜਾਂਦੀ ਹੈਗੀ ਆ। ਸੋ ਆਪਣੇ ਕੋਲ ਕੁਐਸਚਨ 'ਚ ਪੁੱਛਿਆ ਗਿਆ ਹੈ ਕਿ ਇਹ ਜੋ ਅਪਰੋਚ ਹੈਗੀ ਆ ਇਹ ਕਿਹੜਾ ਮੇਨ ਫੰਡਾਮੈਂਟਲ ਕੰਸੈਪਟ ਬਾਰੇ ਦੱਸਦੀ ਹੈ? ਆਪਸ਼ਨ ਏ, ਫੈਮਿਲੀ ਸ਼ੁੱਡ ਬੀ ਐਕਟਿਵਲੀ ਇਨਵੋਲਵਡ ਇਨ ਈਚ ਫੇਜ਼ ਆਫ ਦ ਟਰੀਟਮੈਂਟ। ਸੋ ਯੈਸ, ਦਿਸ ਇਜ਼ ਕਰੈਕਟ ਬਿਕੋਜ਼ ਇਹੀ ਆਪਾਂ ਪੜ੍ਹਿਆ ਮੌਡਸਲੇ ਅਪਰੋਚ ਦੇ ਵਿੱਚ ਕਿ ਫੈਮਿਲੀ ਬੇਸਡ ਅਪਰੋਚ ਆ, ਫੈਮਿਲੀ ਨੂੰ ਐਕਟਿਵਲੀ ਇਨਵੋਲਵ ਕੀਤਾ ਜਾਂਦਾ ਆ ਟਰੀਟਮੈਂਟ ਦੇ ਵਿੱਚ। ਆਪਸ਼ਨ ਬੀ, ਪੇਰੈਂਟਸ ਸ਼ੁੱਡ ਬੀ ਪ੍ਰੋਹਿਬਿਟਡ ਫਰੋਮ ਇਨਵੋਲਵਮੈਂਟ ਇਨ ਹੈਲਪਿੰਗ ਦੇਅਰ ਚਾਈਲਡ ਈਟ ਮੋਰ ਸਿੰਸ ਦੇਅਰ ਆਰ ਆਫਨ ਕੰਟਰੋਲ ਇਸ਼ੂਜ਼। ਸੋ ਇਹ ਤਾਂ ਬਿਲਕੁਲ ਆਪੋਜ਼ਿਟ ਦਿੱਤਾ ਹੈ, ਇਹ ਮੌਡਸਲੇ ਅਪਰੋਚ ਦੇ ਵਿੱਚ ਆਉਂਦਾ ਹੀ ਨਹੀਂ ਹੈਗਾ।
ਇਸ ਥੈਰੇਪੀ ਦੇ ਵਿੱਚ ਪੇਰੈਂਟਸ ਐਕਟਿਵਲੀ ਹੈਲਪ ਕਰਦੇ ਨੇ ਈਟਿੰਗ ਇੰਪਰੂਵ ਕਰਨ 'ਚ, ਬਟ ਇੱਕ ਆਪਸ਼ਨ 'ਚ ਸਾਡੇ ਕੋਲ ਕੀ ਦਿੱਤਾ ਕਿ ਪੇਰੈਂਟਸ ਸ਼ੁੱਡ ਬੀ ਪ੍ਰੋਹਿਬਿਟ ਮਤਲਬ ਉਹਨਾਂ ਨੂੰ ਮਨਾ ਕਰਨਾ ਕਿ ਉਹ ਇਨਵੋਲਵ ਨਾ ਹੋਣ। ਸੋ ਦਿਸ ਇਜ਼ ਰੋਂਗ। ਆਪਸ਼ਨ ਸੀ, ਐਡੋਲਸੈਂਟਸ ਨੀਡ ਟੂ ਵਰਕ ਔਨ ਡਿਵੈਲਪਿੰਗ ਹੈਲਦੀ ਸੈਲਫ ਆਈਡੈਂਟੀਟੀਜ਼ ਬਿਫੋਰ ਦੇ ਕੈਨ ਬਿਗਿਨ ਟੂ ਗੇਨ ਵੇਟ। ਸੋ ਇਸ ਆਪਸ਼ਨ 'ਚ ਕਿਹਾ ਗਿਆ ਕਿ ਪਹਿਲਾਂ ਐਡੋਲਸੈਂਟਸ ਆਪਣੀ ਸੈਲਫ ਆਈਡੈਂਟਿਟੀ 'ਤੇ ਵਰਕ ਕਰਨ, ਬਾਅਦ 'ਚ ਵੇਟ ਗੇਨ ਕਰਨ। ਬਟ ਆਪਾਂ ਜੋ 3 ਫੇਜ਼ ਪੜ੍ਹੇ ਆ ਉਹਦੇ ਵਿੱਚ ਆਪਾਂ ਕੀ ਪੜ੍ਹਿਆ? ਫਸਟ ਫੇਜ਼ ਹੁੰਦਾ ਵੇਟ ਰੀਸਟੋਰ ਕਰਨਾ, ਸੈਕਿੰਡ ਐਡੋਲਸੈਂਟ ਖੁਦ ਕੰਟਰੋਲ ਲਵੇ ਆਪਣੀ ਈਟਿੰਗ ਹੈਬਿਟਸ ਦਾ, ਐਂਡ ਥਰਡ 'ਤੇ ਆਪਾਂ ਪੜ੍ਹਿਆ ਕਿ ਆਈਡੈਂਟਿਟੀ ਡਿਵੈਲਪ ਹੋਵੇ। ਸੋ ਹੁਣ ਜੋ ਆਈਡੈਂਟਿਟੀ ਡਿਵੈਲਪ ਆ ਉਹ ਥਰਡ ਫੇਜ਼ ਹੁੰਦਾ ਆ, ਐਂਡ ਵੇਟ ਗੇਨ ਫਸਟ ਫੇਜ਼ ਹੁੰਦਾ ਹੈਗਾ ਆ। ਸੋ ਇਹ ਆਪਸ਼ਨ ਇਨਕਰੈਕਟ ਹੋ ਗਈ, ਬਿਕੋਜ਼ ਇਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਸੈਲਫ ਆਈਡੈਂਟਿਟੀ 'ਤੇ ਪਹਿਲਾਂ ਵਰਕ ਕਰੇ, ਵੇਟ ਗੇਨ 'ਤੇ ਬਾਅਦ। ਸੋ ਇਸ ਕਰਕੇ ਇਹ ਰੋਂਗ ਹੋ ਗਿਆ। Option D, individual psychotherapy is the most effective treatment for adolescents with anorexia nervosa. So this is also wrong, because individual psychotherapy ਨਹੀਂ, anorexia nervosa ਦੇ ਵਿੱਚ according to Maudsley approach family based therapy ਜ਼ਿਆਦਾ effective ਮੰਨੀ ਜਾਂਦੀ ਆ, ਕਿਉਂਕਿ ਇੱਥੇ ਆਪਾਂ ਗੱਲ ਸਿਰਫ anorexia nervosa ਦੀ ਨਹੀਂ ਕਰਨ ਦੇ, ਆਪਾਂ ਇਹਦੇ ਵਿੱਚ Maudsley approach ਦੀ ਵੀ ਗੱਲ ਕਰਨ ਦੇ ਆ। ਮੇਨ ਕੁਐਸਚਨ ਉਹਦੇ ਬਾਰੇ 'ਚ। Next question है जी, which of the following represents a nursing intervention at tertiary level of prevention? So levels of prevention ਦੇ ਵਿੱਚ ਮੇਨ ਆਪਣੇ ਕੋਲ 3 ਲੈਵਲ ਆ ਜਾਂਦੇ ਆ। ਸੋ ਪ੍ਰਾਇਮਰੀ, ਦੈਨ ਸੈਕੰਡਰੀ ਐਂਡ ਥਰਡ ਲੈਵਲ ਆ ਜਾਂਦਾ ਆ ਟਰਸ਼ਰੀ। ਜੋ ਪ੍ਰਾਇਮਰੀ ਲੈਵਲ ਆਫ ਪ੍ਰੀਵੈਂਸ਼ਨ ਹੁੰਦਾ ਆ, ਇਹ ਕੀ ਹੁੰਦਾ ਹੈ ਕਿ ਇਲਨੈਸ ਹੋਣ ਤੋਂ ਪਹਿਲਾਂ ਹੀ ਉਹਨੂੰ ਪ੍ਰੀਵੈਂਟ ਕਰ ਦੇਣਾ। ਕਿੱਦਾਂ ਇਲਨੈਸ ਹੋਣ ਤੋਂ ਪਹਿਲਾਂ ਰੋਕੀ ਜਾ ਸਕਦੀ ਆ? ਹੈਲਥ ਐਜੂਕੇਸ਼ਨ ਪ੍ਰੋਵਾਈਡ ਕਰਨੀ। ਸੋ ਜਿੰਨੀ ਅਵੇਅਰਨੈਸ ਹੋਊਗੀ ਉਨੀ ਇਲਨੈਸ ਦੇ ਚਾਂਸਸ ਘੱਟ ਹੋਊਗੇ। ਸਟ੍ਰੈਸ ਮੈਨੇਜਮੈਂਟ ਕਲਾਸਿਸ ਪ੍ਰੋਵਾਈਡ ਕਰਨੀਆਂ ਤਾਂ ਜੋ ਸਟ੍ਰੈਸ ਦੇ ਕਾਰਨ ਕੋਈ ਹੋਰ ਅੱਗੇ ਕੋਈ ਮੈਂਟਲ ਇਲਨੈਸ ਡਿਵੈਲਪ ਨਾ ਹੋਵੇ। ਐਂਟੀਨੇਟਲ ਕਲਾਸਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਆ ਬਿਫੋਰ ਲੇਬਰ। ਸੋ ਨੈਕਸਟ ਆ ਜਾਂਦਾ ਆ ਸੈਕੰਡਰੀ ਲੈਵਲ ਆਫ ਪ੍ਰੀਵੈਂਸ਼ਨ। ਸੋ ਸੈਕੰਡਰੀ ਪ੍ਰੀਵੈਂਸ਼ਨ ਦੇ ਵਿੱਚ ਕੀ ਆ ਜਾਂਦਾ ਹੈਗਾ ਆ ਕਿ ਅਰਲੀ ਡਿਟੈਕਸ਼ਨ ਪਲੱਸ ਟਰੀਟਮੈਂਟ, ਕਿ ਟਾਈਮਲੀ ਕਿਸੇ ਡਿਸੀਜ਼ ਨੂੰ ਡਿਟੈਕਟ ਕਰਨਾ ਐਂਡ ਉਹਦਾ ਟਰੀਟਮੈਂਟ ਸਟਾਰਟ ਕਰ ਦੇਣਾ। ਸੋ ਇਹਦੇ ਵਿੱਚ ਐਗਜ਼ਾਮਪਲ ਆ ਜਾਂਦੀ ਹੈ ਕਿਸੇ ਵੀ ਡਿਸੀਜ਼ ਦੇ ਲਈ ਸਕਰੀਨਿੰਗ, ਦੈਨ ਅਰਲੀ ਸਾਈਕੈਟ੍ਰਿਕ ਟਰੀਟਮੈਂਟ ਪ੍ਰੋਵਾਈਡ ਕਰਨਾ, ਜਾਂ ਕਿਸੇ ਵੀ ਡਿਸੀਜ਼ ਦਾ ਅਰਲੀ ਟਰੀਟਮੈਂਟ ਪ੍ਰੋਵਾਈਡ ਕਰਨਾ, ਜਾਂ ਹੌਸਪੀਟਲ ਕੇਅਰ ਆਫਟਰ ਡਾਇਗਨੋਸਿਸ। ਸੋ ਇਹ ਸਾਰੀਆਂ ਚੀਜ਼ਾਂ ਸੈਕੰਡਰੀ ਦੇ ਵਿੱਚ ਆਉਂਦੀਆਂ ਆ। ਦੈਨ ਇਸ ਟਰਸ਼ਰੀ ਲੈਵਲ ਆਫ ਪ੍ਰੀਵੈਂਸ਼ਨ। ਸੋ ਟਰਸ਼ਰੀ ਪ੍ਰੀਵੈਂਸ਼ਨ ਦੇ ਵਿੱਚ ਕੀ ਹੁੰਦਾ ਆ ਕਿ ਹੁਣ ਪੇਸ਼ੈਂਟ ਨੂੰ ਇਲਨੈਸ ਵੀ ਹੋ ਗਈ ਆ, ਦੈਨ ਉਸ ਤੋਂ ਬਾਅਦ ਇਲਨੈਸ ਤੋਂ ਜਦੋਂ ਰਿਕਵਰ ਕਰਨ ਦਾ ਆ ਉਸ ਤੋਂ ਬਾਅਦ ਪੇਸ਼ੈਂਟ ਨੂੰ ਰੀਹੈਬਲੀਟੇਸ਼ਨ ਪ੍ਰੋਵਾਈਡ ਕਰਨੀ। ਸੋ ਇਹਦੇ ਐਗਜ਼ਾਮਪਲਸ ਦੇ ਵਿੱਚ ਆ ਜਾਂਦੇ ਆ ਕਿ ਵੋਕੇਸ਼ਨਲ ਰੀਹੈਬਲੀਟੇਸ਼ਨ ਪ੍ਰੋਵਾਈਡ ਕਰਨੀ, ਕਮਿਊਨਿਟੀ ਫੋਲੋਅਪ ਸਪੋਰਟ ਪ੍ਰੋਵਾਈਡ ਕਰਨੀ, ਜਾਂ ਕਿ ਇਹਦੇ ਵਿੱਚ ਆ ਜਾਂਦਾ ਹੈ ਕਿ ਪੇਸ਼ੈਂਟ ਦਾ ਕੇਸ ਮੈਨੇਜਮੈਂਟ ਕਰਨੀ। ਸੋ ਲੈਟਸ ਸੀ ਯਰ ਕੁਐਸਚਨ 'ਚ ਕਿਹਾ ਗਿਆ ਆ ਕਿ ਕਿਹੜੀ ਆਪਸ਼ਨ ਜੋ ਹੈ ਟਰਸ਼ਰੀ ਲੈਵਲ ਆਫ ਪ੍ਰੀਵੈਂਸ਼ਨ ਨੂੰ ਰਿਪਰੈਜ਼ੈਂਟ ਕਰਦੀ ਆ? ਆਪਸ਼ਨ ਏ, ਸਰਵਿੰਗ ਐਜ਼ ਅ ਕੇਸ ਮੈਨੇਜਰ ਫॉर ਮੈਂਟਲੀ ਇਲ ਹੋਮਲੈਸ ਕਲਾਇੰਟ। ਸੋ ਜਦੋਂ ਨਰਸ ਕਿਸੇ ਮੈਂਟਲੀ ਇਲ ਹੋਮਲੈਸ ਕਲਾਇੰਟ ਲਈ ਐਜ਼ ਅ ਕੇਸ ਮੈਨੇਜਰ ਐਕਟ ਕਰਦੀ ਆ ਤਾਂ ਉਹ ਉਹਦੇ ਲਈ ਕੀ ਕਰਨ ਦੀ ਆ? ਟਰੀਟਮੈਂਟ ਤੋਂ ਬਾਅਦ ਫੋਲੋ ਅਪ ਇਨਸ਼ੋਰ ਕਰਦੀ ਹੈਗੀ ਆ। ਸੋ ਮੈਂਟਲੀ ਇਲ ਪੇਸ਼ੈਂਟ ਸੀਗਾ, ਉਹਦਾ ਟਰੀਟਮੈਂਟ ਹੋ ਗਿਆ ਐਂਡ ਪਤਾ ਲੱਗਾ ਉਸਦੇ ਕੇਸ ਵਿੱਚ ਕਿ ਕਲਾਇੰਟ ਹੋਮਲੈਸ ਆ, ਦੈਨ ਉਹਦੇ ਲਈ ਕੋਈ ਸ਼ੈਲਟਰ ਅਰੇਂਜਮੈਂਟ ਵਗੈਰਾ ਕਰਨੀ, ਸੋ ਉਹਦੀ ਪ੍ਰੋਪਰ ਰੀਹੈਬਲੀਟੇਸ਼ਨ ਕਰਵਾਉਣੀ, ਉਹ ਕੇਸ ਮੈਨੇਜਰ ਦਾ ਰੋਲ ਆ ਜਾਂਦਾ। ਸੋ ਹੁਣ ਇਹ ਵਾਲੀ ਪ੍ਰੋਸੈਸ ਕਦੋਂ ਸਟਾਰਟ ਹੁੰਦੀ ਆ? ਇਨ ਟਰਸ਼ਰੀ ਲੈਵਲ ਆਫ ਪ੍ਰੀਵੈਂਸ਼ਨ। ਐਂਡ ਇਹਦੇ ਵਿੱਚ ਨਰਸ ਉਹਦਾ ਫੋਲੋਅਪ ਟਰੀਟਮੈਂਟ ਇਨਸ਼ੋਰ ਕਰਦੀ ਆ, ਕਮਿਊਨਿਟੀ ਰਿਸੋਰਸਿਸ ਅਰੇਂਜ ਕਰਦੀ ਆ ਪੇਸ਼ੈਂਟ ਦੇ ਲਈ, ਰੀਹੈਬਲੀਟੇਸ਼ਨ ਸਪੋਰਟ ਦਿੰਦੀ ਆ, ਫੰਕਸ਼ਨਿੰਗ ਇੰਪਰੂਵ ਕਰਨ ਦੇ ਵਿੱਚ ਹੈਲਪ ਕਰਦੀ ਆ। ਸੋ ਇਹ ਸਭ ਟਰਸ਼ਰੀ ਪ੍ਰੀਵੈਂਸ਼ਨ ਦੇ ਐਗਜ਼ਾਮਪਲਸ ਆ ਜਾਂਦੇ ਆ। ਐਗਜ਼ਿਸਟਿੰਗ ਇਲਨੈਸ ਹੈਗੀ ਆ, ਨਾਲ ਉਹਦੀ ਰੀਹੈਬਲੀਟੇਸ਼ਨ ਐਂਡ ਸਪੋਰਟ ਜਦੋਂ ਪ੍ਰੋਵਾਈਡ ਕੀਤੀ ਜਾਂਦੀ ਆ, ਦੈਟ ਇਜ਼ ਟਰਸ਼ਰੀ ਪ੍ਰੀਵੈਂਸ਼ਨ। ਸੋ ਯੈਸ, ਇਹ ਟਰਸ਼ਰੀ ਪ੍ਰੀਵੈਂਸ਼ਨ ਦੇ ਬਾਰੇ ਪੁਆਇੰਟ ਹੈਗਾ ਆ। ਬੀ, ਲੀਡਿੰਗ ਅ ਸਪੋਰਟ ਗਰੁੱਪ ਫॉर ਨਿਊਲੀ ਰਿਟਾਇਰਡ ਮੈਨ। ਸੋ ਰਿਟਾਇਰਮੈਂਟ ਲਾਈਫ ਟ੍ਰਾਂਜੀਸ਼ਨ ਸਪੋਰਟ ਹੈਗੀ ਆ, ਐਂਡ ਇਹ ਕਿਹੜੇ ਕੇਸ ਦੇ ਵਿੱਚ ਆਊਗੀ? ਇਹ ਪ੍ਰਾਇਮਰੀ ਪ੍ਰੀਵੈਂਸ਼ਨ ਦੇ ਵਿੱਚ ਆਉਂਦਾ ਹੈ। ਹੁਣ ਪ੍ਰਾਇਮਰੀ 'ਚ ਕਿਉਂ? ਕਿਉਂਕਿ ਇਹਦਾ ਪਰਪਸ ਹੋਊਗਾ ਕਿ ਸਟ੍ਰੈਸ ਕੋਪਿੰਗ ਇੰਪਰੂਵ ਕਰਨਾ, ਕਿ ਇਲਨੈਸ ਡਿਵੈਲਪ ਹੀ ਨਾ ਹੋਵੇ ਪੇਸ਼ੈਂਟ ਦੇ ਵਿੱਚ। ਸੋ ਹੁਣ ਪ੍ਰਾਇਮਰੀ ਦੇ ਵਿੱਚ ਇਹ ਕਿਉਂ ਆਊਗਾ? ਕਿਉਂਕਿ ਇਹਦੇ ਵਿੱਚ ਗੱਲ ਹੋ ਰਹੀ ਹੈ ਕਿ ਨਿਊਲੀ ਰਿਟਾਇਰਡ ਮੈਨ ਹੈਗਾ ਆ, ਐਂਡ ਉਹਦੇ ਲਈ ਕੋਈ ਸਪੋਰਟ ਗਰੁੱਪ ਜਿਹੜਾ ਵਾ ਲੀਡ ਕਰਨਾ। ਹੁਣ ਸਪੋਰਟ ਗਰੁੱਪ ਕਾਹਦੇ ਲਈ? ਆਫਟਰ ਰਿਟਾਇਰਮੈਂਟ ਪਰਸਨ ਨੂੰ ਸਟ੍ਰੈਸ ਕਰਕੇ ਜਾਂ ਫਿਰ ਕੋਈ ਹੋਰ ਰੀਜ਼ਨਸ ਕਰਕੇ ਕੋਈ ਨਾ ਕੋਈ ਇਲਨੈਸ ਡਿਵੈਲਪ ਹੋ ਸਕਦੀ ਹੈ। ਸੋ ਪਹਿਲਾਂ ਹੀ ਕੋਈ ਸਪੋਰਟ ਗਰੁੱਪ ਲੀਡ ਕਰਨਾ, ਉਹਦਾ ਪਰਪਸ ਹੁੰਦਾ ਹੈ ਕਿ ਇਫੈਕਟਿਵ ਕੋਪਿੰਗ ਦੇ ਵਿੱਚ ਹੈਲਪ ਕਰਨ ਦੇ ਆਪਾਂ ਪੇਸ਼ੈਂਟ ਨੂੰ ਜੋ ਨਿਊਲੀ ਰਿਟਾਇਰਡ ਆ।
Then option C, teaching prepared childbirth classes. So health education before complication, ਉਹ ਕੀ ਆ ਪ੍ਰਾਇਮਰੀ ਪ੍ਰੀਵੈਂਸ਼ਨ। ਚਾਈਲਡ ਕਲਾਸਿਸ ਜੋ ਹੈਗੀਆਂ ਵਾ ਪਹਿਲਾਂ ਹੀ ਉਹਦੇ ਬਾਰੇ ਟੀਚਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਪੇਸ਼ੈਂਟ ਨੂੰ ਕਿ ਉਹਦਾ ਜੋ ਚਾਈਲਡ ਬਰਥ ਆ ਉਹ ਸਮੂਥਲੀ ਹੋ ਸਕੇ। ਸੋ ਇਹ ਕੀ ਆ ਪ੍ਰਾਇਮਰੀ ਪ੍ਰੀਵੈਂਸ਼ਨ ਆ। ਡੀ, ਕੇਅਰਿੰਗ ਫॉर ਅ ਡਿਪਰੈਸਡ ਵਿਡੋ ਇਨ ਦ ਹੌਸਪੀਟਲ। ਸੋ ਹੌਸਪੀਟਲ ਟਰੀਟਮੈਂਟ ਦੀ ਗੱਲ ਹੁੰਦੀ, ਹੁਣ ਇੱਥੇ ਹੌਸਪੀਟਲ 'ਚ ਗੱਲ ਹੁੰਦੀ ਆ, ਸੋ ਹੌਸਪੀਟਲ ਟਰੀਟਮੈਂਟ ਸਟੇਜ ਵਿੱਚ ਆ ਜਾਂਦਾ ਹੈ। ਐਂਡ ਇਹ ਕਿਹੜਾ ਲੈਵਲ ਆਫ ਪ੍ਰੀਵੈਂਸ਼ਨ ਆ, ਦਿਸ ਇਜ਼ ਸੈਕੰਡਰੀ ਪ੍ਰੀਵੈਂਸ਼ਨ, ਜਿਹਦੇ 'ਚ अर्ਲੀ ਟਰੀਟਮੈਂਟ ਪ੍ਰੋਵਾਈਡ ਕੀਤਾ ਜਾਂਦਾ ਆਫਟਰ ਇਲਨੈਸ ਡਿਟੈਕਸ਼ਨ। ਠੀਕ ਹੈ ਜੀ, ਸੋ ਇਹ 'ਚ ਆਪਣਾ ਕਰੈਕਟ ਆਂਸਰ ਆ ਗਿਆ ਸੀ ਆਪਸ਼ਨ ਏ। नेक्स्ट क्वेश्चन है जी, अ मेजर डिफरेंस बिटवीन नॉर्मल एंड माल अडेप्टिव ग्रीविंग हैज़ बीन आइडेंटिफाइड बाय विच ऑफ द फॉलोइंग। सो ये गल हो रही है नॉर्मल ग्रीफ एंड माल अडेप्टिव ग्रीफ की। सो नॉर्मल ग्रीफ के की होंदा आ कि परसन सैडनेस फील करता है, डिप्रैशन लाइक सिम्पटम्स भी होंगे परसन नू, बट वो टैंपरेरी होंगे सिम्पटम्स, कुछ टाइम बाद परसन अपनी नॉर्मल रूटीन एक्टिविटीज़ करन लग पैंदा आ, ਉਹਦੀ ਜੋ ਲਾਈਫ ਹੈਗੀ ਆ ਉਹਦੇ 'ਤੇ ਜ਼ਿਆਦਾ ਇੰਪੈਕਟ ਨਹੀਂ ਪੈਂਦਾ, ਨੈਗੇਟਿਵ ਇੰਪੈਕਟ ਨਹੀਂ ਪੈਂਦਾ। ਔਨ ਦ ਅਦਰ ਹੈਂਡ ਮਾਲ ਅਡੈਪਟਿਵ ਜਾਂ ਫਿਰ ਜਿਹਨੂੰ ਪੈਥੋਲੋਜੀਕਲ ਗਰੀਫ ਵੀ ਕਿਹਾ ਜਾਂਦਾ ਆ, ਇਹਦੇ 'ਚ ਡਿਪਰੈਸ਼ਨ ਵਾਲੇ ਸਾਈਨਸ ਆਉਂਦੇ ਆ ਜੋ ਕਿ ਪਰਸਨ ਨੂੰ ਸੀਵੀਅਰਲੀ ਇਫੈਕਟ ਕਰਦੇ ਹੈਗੇ ਆ। ਹੁਣ ਕਿਹੜੇ ਕਿਹੜੇ ਸਾਈਨਸ ਹੁੰਦੇ ਡਿਪਰੈਸ਼ਨ ਦੇ, ਪਰਸਨ ਬਹੁਤ ਜ਼ਿਆਦਾ ਹੋਪਲੈਸ ਰਹਿੰਦਾ ਆ, ਵਰਥਲੈਸ ਫੀਲ ਕਰੂਗਾ, ਦੈਨ ਉਹਦੀ ਸੈਲਫ ਅਸਟੀਮ ਲੋਸ ਹੋ ਜਾਂਦੀ ਆ, ਫੰਕਸ਼ਨਲ ਇੰਪੇਅਰਮੈਂਟ ਹੁੰਦੀ ਆ, ਪਰਸਨ ਆਪਣੇ ਡੇਲੀ ਐਕਟੀਵਿਟੀਜ਼ ਪਰਫੋਰਮ ਨਹੀਂ ਕਰ ਪਾਉਂਦਾ, ਸੁਸਾਈਡਲ ਥੋਟਸ ਆ ਸਕਦੇ ਆ ਪੇਸ਼ੈਂਟ ਨੂੰ। ਸੋ ਹੁਣ ਨੋਰਮਲ ਗਰੀਫ ਐਂਡ ਮਾਲ ਅਡੈਪਟਿਵ ਗਰੀਫ, ਇਹਨਾਂ ਦੋਵਾਂ ਦੇ ਵਿੱਚ ਇੰਪੋਰਟੈਂਟ ਡਿਫਰੈਂਸ ਕੀ ਹੁੰਦਾ ਆ ਕਿ ਨੋਰਮਲ ਗਰੀਫ ਦੇ ਵਿੱਚ ਪਰਸਨ ਦੀ ਜੋ ਸੈਲਫ ਅਸਟੀਮ ਆ ਉਹ ਇੰਟੈਕਟ ਰਹਿੰਦੀ ਆ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ। ਬਟ ਮਾਲ ਅਡੈਪਟਿਵ ਗਰੀਵਿੰਗ ਦੇ ਵਿੱਚ ਪਰਸਨ ਦੀ ਸੈਲਫ ਅਸਟੀਮ ਲੋਸ ਹੋ ਜਾਂਦੀ ਹੈਗੀ ਆ। ਐਂਡ ਜਦੋਂ ਮੇਜਰ ਲੋਸ ਆਫ ਸੈਲਫ ਅਸਟੀਮ ਹੋਵੇ, ਪਰਸਨ ਵਰਥਲੈਸ ਫੀਲ ਕਰੇ, ਹੋਪਲੈਸ ਫੀਲ ਕਰੇ, ਤਾਂ ਇਹ ਮੇਜਰ ਡਿਪਰੈਸਿਵ ਡਿਸਆਰਡਰ ਵੱਲ ਇੰਡੀਕੇਟ ਕਰਦਾ ਆ, ਨਾ ਕਿ ਉਹ ਫਿਰ ਸਿੰਪਲ ਗਰੀਫ ਨਹੀਂ ਰਹਿੰਦਾ ਹੈਗਾ। ਹੁਣ ਸਾਡੇ ਕੋਲ ਆਪਸ਼ਨਸ ਨੇ ਜਿਹਦੇ ਵਿੱਚ ਅਸੀਂ ਦੱਸਣਾ ਹੈ ਕਿ ਮੇਜਰ ਡਿਫਰੈਂਸ ਕੀ ਹੈ ਇਹਨਾਂ ਦੋਵਾਂ ਦੇ ਵਿੱਚ। ਆਪਸ਼ਨ ਏ, ਦੇਰ ਆਰ ਨੋ ਫੀਲਿੰਗਸ ਆਫ ਡਿਪਰੈਸ਼ਨ ਇਨ ਨੋਰਮਲ ਗਰੀਵਿੰਗ। ਨੋ, ਬਿਕੋਜ਼ ਨੋਰਮਲ ਗਰੀਫ ਵਿੱਚ ਡਿਪਰੈਸਿਵ ਫੀਲਿੰਗਸ ਹੋ ਸਕਦੀਆਂ ਆ, ਇਹ ਨੋਰਮਲ ਆ, ਬਟ ਉਹ ਫੀਲਿੰਗਸ ਬਹੁਤ ਜ਼ਿਆਦਾ ਲੰਬਾ ਲਾਸਟ ਨਹੀਂ ਕਰਦੀਆਂ ਜਾਂ ਪਰਸਨ ਦੀ ਡੇਲੀ ਲਾਈਫ ਨੂੰ ਇੰਪੇਅਰ ਨਹੀਂ ਕਰਦੀਆਂ ਹੈਗੀਆਂ। ਸੋ ਇਹ ਇਹਨਾਂ ਦੋਵਾਂ ਵਿੱਚ ਕੋਈ ਮੇਜਰ ਡਿਫਰੈਂਸ ਨਹੀਂ ਸੀਗਾ। ਬੀ, ਦੇਰ ਇਜ਼ ਨੋ ਲੋਸ ਆਫ ਸੈਲਫ ਅਸਟੀਮ ਇਨ ਨੋਰਮਲ ਗਰੀਵਿੰਗ। ਸੋ ਯੈਸ, ਦਿਸ ਇਜ਼ ਕਰੈਕਟ। ਇਹੀ ਮੇਨ ਡਿਫਰੈਂਸ ਹੈਗਾ ਆ ਨੋਰਮਲ ਗਰੀਫ ਅਤੇ ਮਾਲ ਅਡੈਪਟਿਵ ਗਰੀਫ ਦੇ ਵਿੱਚ। ऑप्शन सी, नॉर्मल ग्रीविंग लास्ट नो लॉन्गर दैन 1 ईयर। सो ग्रीफ की कोई फिक्सड टाइम लिमिट नहीं होंगी, सो दिस इज़ ऑल्सो रॉन्ग। ऑप्शन डी, इन नॉर्मल ग्रीफ द परसन डज नॉट शो एंगर टूवर्ड द लॉस। सो एंगर की गल हो रही है कि नॉर्मल ग्रीफ च कहते एंगर शो नहीं करता हैगा परसन लॉस की तरफ। नो, दिस इज़ रॉन्ग, बिकॉज एंगर जो आ वो ग्रीफ प्रोसैस का पार्ट हैगा आ। नॉर्मल ग्रीविंग ਦੇ ਵਿੱਚ ਇੱਕ ਸਟੇਜ ਆਉਂਦੀ ਹੈ। ਸੋ ਹੁਣ ਜੋ ਗਰੀਫ ਪ੍ਰੋਸੈਸ ਹੁੰਦੀ ਆ ਉਹਦੀਆਂ ਸਟੇਜਸ ਲਈ ਆਪਾਂ ਯੂਜ਼ ਕਰਦੇ ਨਿਮੋਨਿਕ ਡੈਬਡਾ। ਸੋ ਕਿਹੜੀਆਂ ਕਿਹੜੀਆਂ ਸਟੇਜਸ ਹੁੰਦੀਆਂ ਵਾ, ਫਸਟ ਇਜ਼ ਡਿਨਾਇਲ, ਦੈਨ ਸੈਕਿੰਡ ਇਜ਼ ਐਂਗਰ, ਥਰਡ ਇਜ਼ ਬਾਰਗੇਨਿੰਗ, fourth is depression, and fifth is acceptance। ਸੋ ਇਹ ਨੋਰਮਲ ਗਰੀਵਿੰਗ ਦਾ ਪਾਰਟ ਹੈਗਾ ਵਾ। ਡਿਨਾਇਲ ਵੀ ਹੁੰਦਾ ਆ, ਐਂਗਰ ਵੀ ਹੋਊਗਾ, ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕਰਦਾ ਪਰਸਨ, ਡਿਪਰੈਸਿਵ ਫੀਲ ਕਰੂਗਾ, ਬਟ ਐਟ ਲਾਸਟ ਉਹ ਸਾਰੀਆਂ ਚੀਜ਼ਾਂ ਨੂੰ ਅਸੈਪਟ ਕਰ ਦਿੰਦਾ। ਸੋ ਇਹ ਨੋਰਮਲ ਪ੍ਰੋਸੈਸ ਹੈਗੀ ਆ ਗਰੀਵਿੰਗ ਦੀ। ਐਂਡ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਡੈਬਡਾ ਇਹਦੇ ਵਿੱਚ ਕਿਹੜੀ ਸਟੇਜਸ ਆਉਂਦੀਆਂ ਆ। ਬਟ ਜਦੋਂ ਉਹਦੇ ਵਿੱਚ ਸੈਲਫ ਅਸਟੀਮ ਲੋਸ ਹੋਣ ਲੱਗ ਪਏ, ਪਰਸਨ ਦੀ ਲਾਈਫ ਖੁਦ ਦੀ ਇੰਪੇਅਰ ਹੋਣ ਲੱਗ ਪਏ, ਦੈਨ ਉਹ ਮਾਲ ਅਡੈਪਟਿਵ ਜਾਂ ਪੈਥੋਲੋਜੀਕਲ ਗਰੀਫ ਹੋ ਜਾਂਦਾ ਆ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦ ਫੋਲੋਇੰਗ ਇਮਿਊਨੋਗਲੋਬੁਲਿਨ ਕ੍ਰੋਸ ਪਲੇਸੈਂਟਾ। ਸੋ ਇਮਿਊਨੋਗਲੋਬੁਲਿਨ ਜੋ ਕਿ ਪਲੇਸੈਂਟਾ ਕ੍ਰੋਸ ਕਰ ਸਕਦੀ ਆ, ਸੋ ਕਿਹੜੀ ਇਮਿਊਨੋਗਲੋਬੁਲਿਨ ਹੁੰਦੀ ਆ। ਆਪਸ਼ਨ ਏ IgM, B IgG, C IgE ਐਂਡ D IgD। ਸੋ ਕਰੈਕਟ ਆਨਸਰ ਇਹਦੇ ਵਿੱਚ ਕੀ ਆ ਜਾਂਦਾ ਆ, ਆਪਸ਼ਨ B IgG ਜੋ ਹੈ ਇੱਕ ਪਲੇਸੈਂਟਾ ਕ੍ਰੋਸ ਕਰਦੀ ਆ। ਹੁਣ ਇਹਦਾ ਕੀ ਫਾਇਦਾ ਹੁੰਦਾ ਜਦੋਂ ਪਲੇਸੈਂਟਾ ਕ੍ਰੋਸ ਕਰਦੀ ਆ, ਇਹ ਮਦਰ ਦੇ ਐਂਟੀਬੋਡੀਜ਼ ਨੂੰ ਫੀਟਸ ਤੱਕ ਪਹੁੰਚਾਉਂਦੇ ਹੈਗੀ ਆ, ਐਂਡ ਬੇਬੀ ਨੂੰ ਪੈਸਿਵ ਇਮਿਊਨਿਟੀ ਮਿਲਦੀ ਆ ਆਫਟਰ ਬਰਥ। ਸੋ ਉਹ ਬੇਬੀ ਦੇ ਵਿੱਚ ਲੌਂਗ ਟਰਮ ਇਮਿਊਨਿਟੀ ਡਿਵੈਲਪ ਕਰਨ ਦੇ ਵਿੱਚ ਹੈਲਪ ਕਰਦੇ ਆ।
ਸੋ ਇਹਨੂੰ ਯਾਦ ਰੱਖਣ ਦਾ ਕੀ ਤਰੀਕਾ ਹੈਗਾ ਆ, ਸੋ ਜੀ ਤੋਂ ਯਾਦ ਰੱਖ ਦੇਣਾ ਆ ਗੋਜ਼ ਥਰੂ ਪਲੇਸੈਂਟਾ। ਓਕੇ, ਸੋ ਜੀ ਗੋਜ਼ ਥਰੂ ਪਲੇਸੈਂਟਾ ਮੀਨਸ ਇਹ ਪਲੇਸੈਂਟਾ ਕ੍ਰੋਸ ਕਰਦੀ ਆ। ਦੈਨ ਆਪਸ਼ਨਸ ਜੋ ਬਾਕੀ ਦਿੱਤੀਆਂ ਸੀਗੀਆਂ ਉਹ ਵੀ ਟਾਈਪਸ ਆਪਾਂ ਦੇਖ ਲੈਂਦੇ ਆ, ਕਿਹੜੇ ਇਮਿਊਨੋਗਲੋਬੁਲਿਨ ਦਾ ਕੀ ਕੰਮ ਹੁੰਦਾ ਆ। ਆਪਸ਼ਨ ਏ IgM ਦਿੱਤੀ ਹੈ। ਸੋ IgM ਜੋ ਹੈ ਇਹ ਪਲੇਸੈਂਟਾ ਕ੍ਰੋਸ ਨਹੀਂ ਕਰਦੀ, ਬਟ ਇਹ ਸਭ ਤੋਂ ਪਹਿਲੀ ਐਂਟੀਬੋਡੀ ਹੁੰਦੀ ਆ ਜੋ ਕਿ ਅਪੇਅਰ ਹੁੰਦੀ ਆ ਇਨ ਟਾਈਮ ਆਫ ਇਨਫੈਕਸ਼ਨ। ਦੈਨ ਉਸ ਤੋਂ ਬਾਅਦ ਆ ਜਾਂਦਾ IgE। ਹੁਣ IgE ਜੋ ਹੈਗੀ ਹੈ ਕਦੋਂ ਅਪੇਅਰ ਹੁੰਦੀ ਆ, ਇਨ ਕੇਸ ਆਫ ਐਲਰਜੀ। ਸੋ ਐਲਰਜਿਕ ਰਿਐਕਸ਼ਨਸ 'ਚ ਇਹਦਾ ਰੋਲ ਹੁੰਦਾ ਆ। ਜੋ IgD ਹੈਗੀ ਆ, D ਤੋਂ ਯਾਦ ਰੱਖ ਲੈਣਾ, ਇਹ B ਸੈੱਲ ਐਕਟੀਵੇਸ਼ਨ ਕਰਦੀ ਹੈਗੀ ਆ। ਦੈਨ ਇਸ ਤੋਂ ਇਲਾਵਾ ਇੱਕ ਐਂਟੀਬੋਡੀ ਆ ਜਾਂਦੀ ਹੈਗੀ ਆ IgA। ਸੋ IgA ਜੋ ਹੈ ਇਹ ਥਰੂ ਬ੍ਰੈਸਟ ਮਿਲਕ ਬੇਬੀ ਨੂੰ ਟ੍ਰਾਂਸਫਰ ਹੁੰਦੀ ਆ ਐਂਡ ਮਿਊਕੋਜ਼ਲ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਹੈ। ਸੋ ਠੀਕ ਹੈ ਜੀ, ਸੋ ਇਹ ਬਹੁਤ ਇੰਪੋਰਟੈਂਟ ਆ, ਇਹ ਤੁਹਾਨੂੰ ਸਾਰੀ ਇਮਿਊਨੋਗਲੋਬੁਲਿਨਸ ਦਾ ਫੰਕਸ਼ਨ ਪਤਾ ਹੋਣਾ ਚਾਹੀਦਾ ਹੈ। ਨੈਕਸਟ ਕੁਐਸਚਨ ਹੈ ਜੀ, ਦ ਟੈਂਪਰੇਚਰ ਇਜ਼ ਮੇਨਟੇਨਡ ਬਾਏ ਵਾਕ ਇਨ ਫਰੀਜ਼ਰਸ ਡਿਊਰਿੰਗ ਕੋਲਡ ਚੇਨ। ਸੋ ਕੋਲਡ ਚੇਨ ਕੀ ਆ, ਕੋਲਡ ਚੇਨ ਇਜ਼ ਅ ਪ੍ਰੋਸੈਸ ਆਫ ਵੈਕਸੀਨ ਸਟੋਰੇਜ ਪਲੱਸ ਟਰਾਂਸਪੋਰਟ। ਸੋ ਇਹਦਾ ਮੇਨ ਪਰਪਸ ਹੁੰਦਾ ਆ ਕਿ ਵੈਕਸੀਨਸ ਦੀ ਪੋਟੈਂਸੀ ਨੂੰ ਮੇਨਟੇਨ ਕਰਕੇ ਰੱਖਣਾ। ਹੁਣ ਜਦੋਂ ਵੈਕਸੀਨਸ ਨੂੰ ਟਰਾਂਸਪੋਰਟ ਕੀਤਾ ਜਾਂਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਉਹਨਾਂ ਦੀ ਸਹੀ ਤਰੀਕੇ ਨਾਲ ਸਟੋਰੇਜ ਕੀਤੀ ਜਾਂਦੀ ਆ ਜਾਂ ਨਹੀਂ, ਉਹ ਸਾਰਾ ਕੁਛ ਕੋਲਡ ਚੇਨ ਦੇ ਵਿੱਚ ਆ ਜਾਂਦਾ ਹੈਗਾ ਆ। ਹੁਣ ਕੋਲਡ ਚੇਨ ਮੇਨਟੇਨ ਰੱਖਣ ਲਈ ਕੁਝ ਸਟੋਰੇਜ ਇਕਵਿਪਮੈਂਟਸ ਯੂਜ਼ ਹੁੰਦੇ ਆ ਐਂਡ ਉਹਨਾਂ ਦਾ ਟੈਂਪਰੇਚਰ ਫਿਕਸਡ ਹੁੰਦਾ ਆ। ਹੁਣ ਉਹ ਕਿਹੜੇ ਇਕਵਿਪਮੈਂਟਸ ਹੁੰਦੇ ਆ ਕੋਲਡ ਚੇਨ ਦੇ ਵਿੱਚ, ਸੋ ਇੱਕ ਆਪਣੇ ਕੋਲ ਆ ਜਾਂਦਾ ਆ ਆਈਸ ਲਾਈਨਡ ਰੈਫਰੀਜਰੇਟਰ। ਹੁਣ ਇਹਦਾ ਟੈਂਪਰੇਚਰ ਹੁੰਦਾ ਆ 2 ਡਿਗਰੀ ਸੈਲਸੀਅਸ ਟੂ 8 ਡਿਗਰੀ ਸੈਲਸੀਅਸ। ਦੈਨ ਉਸ ਤੋਂ ਬਾਅਦ ਆ ਜਾਂਦਾ ਹੈਗਾ ਆ ਡੀਪ ਫਰੀਜ਼ਰ। ਸੋ ਇਹਦਾ ਟੈਂਪਰੇਚਰ ਹੁੰਦਾ ਆ -15 ਡਿਗਰੀ ਸੈਲਸੀਅਸ ਟੂ -25 ਡਿਗਰੀ ਸੈਲਸੀਅਸ। ਦੈਨ ਥਰਡ ਆ ਜਾਂਦੇ ਆ ਵਾਕ ਇਨ ਫਰੀਜ਼ਰ। ਇਹਨਾਂ ਦਾ ਵੀ ਟੈਂਪਰੇਚਰ ਸੇਮ ਇਹੀ ਹੁੰਦਾ -15 ਡਿਗਰੀ ਸੈਲਸੀਅਸ ਟੂ -25 ਡਿਗਰੀ ਸੈਲਸੀਅਸ। ਦੈਨ ਆ ਜਾਂਦੇ ਆ ਵਾਕ ਇਨ ਕੂਲਰਸ। ਸੋ ਵਾਕ ਇਨ ਕੂਲਰਸ ਦਾ ਟੈਂਪਰੇਚਰ ਹੁੰਦਾ ਆ 2 ਡਿਗਰੀ ਸੈਲਸੀਅਸ ਟੂ 8 ਡਿਗਰੀ ਸੈਲਸੀਅਸ। ਸੋ ਇਹ ਯਾਦ ਰੱਖ ਲੈਣਾ, ਹੁਣ ਆਈਸਲਾਈਨਡ ਰੈਫਰੀਜਰੇਟਰ ਅਤੇ ਵਾਕ ਇਨ ਕੂਲਰਸ ਦਾ ਟੈਂਪਰੇਚਰ ਸੇਮ ਹੁੰਦਾ ਆ ਐਂਡ ਡੀਪ ਫਰੀਜ਼ਰ ਐਂਡ ਵਾਕ ਇਨ ਫਰੀਜ਼ਰ ਦਾ ਟੈਂਪਰੇਚਰ, ਫਰੀਜ਼ਰ ਦੀ ਗੱਲ ਹੋ ਰਹੀ ਆ, ਸੋ ਇਹਨਾਂ ਦੋਨਾਂ ਦਾ ਟੈਂਪਰੇਚਰ ਸੇਮ ਹੁੰਦਾ ਆ। ਸੋ ਕੁਐਸਚਨ 'ਚ ਸਾਨੂੰ ਪੁੱਛਿਆ ਗਿਆ ਹੈ ਕਿ ਵਾਕ ਇਨ ਫਰੀਜ਼ਰ ਦਾ ਕੀ ਟੈਂਪਰੇਚਰ ਹੁੰਦਾ ਹੈ ਡਿਊਰਿੰਗ ਕੋਲਡ ਚੇਨ। ਜੋ ਹੁਣ ਵਾਕ ਇਨ ਫਰੀਜ਼ਰ ਹੈਗਾ ਆ, ਇਹ ਵੈਕਸੀਨਸ ਨੂੰ ਫਰੋਜ਼ਨ ਸਟੇਟ ਦੇ ਵਿੱਚ ਸਟੋਰ ਕਰਨ ਲਈ ਯੂਜ਼ ਹੁੰਦਾ ਆ ਐਂਡ ਇਹਦਾ ਸਟੈਂਡਰਡ ਟੈਂਪਰੇਚਰ ਰੇਂਜ ਹੁੰਦਾ ਆ -15 ਟੂ -25 ਡਿਗਰੀ ਸੈਲਸੀਅਸ। ਕਰੈਕਟ ਆਂਸਰ ਇਜ਼ ਆਪਸ਼ਨ B। ਨੈਕਸਟ ਕੁਐਸਚਨ ਹੈ ਜੀ, ਓਪਨ ਵਾਇਲ ਪੋਲਿਸੀ ਇਜ਼ ਐਪਲੀਕੇਬਲ ਟੂ ਫੋਲੋਇੰਗ ਵੈਕਸੀਨਸ ਐਕਸੈਪਟ। ਸੋ ਓਪਨ ਵਾਇਲ ਪੋਲਿਸੀ ਉਹਨਾਂ ਨੇ ਕਿਹਾ ਕਿ ਗਿਵਨ ਆਪਸ਼ਨਸ 'ਚੋਂ ਬਾਕੀ ਸਾਰਿਆਂ 'ਤੇ ਅਪਲਾਈ ਹੁੰਦੀ, ਸਿਰਫ ਇੱਕ 'ਤੇ ਅਪਲਾਈ ਨਹੀਂ ਹੁੰਦੀ। ਉਹ ਕਿਹੜੀ ਆਪਸ਼ਨ ਆ ਉਹ ਸਲੈਕਟ ਕਰਨੀ ਆ ਅਸੀਂ। ਸਭ ਤੋਂ ਪਹਿਲਾਂ ਓਪਨ ਵਾਇਲ ਪੋਲਿਸੀ ਦੇ ਵਿੱਚ ਕੀ ਹੁੰਦਾ ਆ, ਇਹਦੇ ਵਿੱਚ ਉਹ ਵਾਲੀ ਵੈਕਸੀਨਸ ਆਉਂਦੀਆਂ ਆ ਜੋ ਕਿ ਮਲਟੀ ਡੋਜ਼ ਵਾਇਲਸ ਦੇ ਵਿੱਚ ਹੁੰਦੀਆਂ ਆ ਜਾਂ ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਪ੍ਰੀਜ਼ਰਵੇਟਿਵ ਹੁੰਦਾ ਆ। ਐਂਡ ਇਹ ਜਿਹੜੀਆਂ ਓਪਨ ਵਾਇਲ ਪੋਲਿਸੀ ਵਾਲੀਆਂ ਵੈਕਸੀਨਸ ਆ, ਅਗਰ ਇਹਨਾਂ ਦੀ ਪ੍ਰੋਪਰ ਕੋਲਡ ਚੇਨ ਮੇਨਟੇਨ ਕਰਕੇ ਸਟੋਰੇਜ ਕੀਤੀ ਜਾਂਦੀ ਆ ਤਾਂ ਇਹ ਨੈਕਸਟ ਸੈਸ਼ਨ ਦੇ ਵਿੱਚ ਯੂਜ਼ ਕੀਤੀਆਂ ਜਾ ਸਕਦੀਆਂ। ਸੋ ਹੁਣ ਓਪਨ ਵਾਇਲ ਪੋਲਿਸੀ ਦੇ ਵਿੱਚ ਕਿਹੜੀਆਂ ਵੈਕਸੀਨਸ ਜੋ ਹੈ ਐਪਲੀਕੇਬਲ ਹੁੰਦੀਆਂ ਆ, ਉਹਦੇ ਵਿੱਚ ਆ ਜਾਂਦੀਆਂ ਆ DPT, TT ਔਰ TD, ਜੋ ਅਗਰ ਦੋਨਾਂ 'ਚ ਕੁਛ ਵੀ ਤੁਹਾਨੂੰ ਲਿਖਿਆ ਹੋਵੇ ਆਪਸ਼ਨਸ 'ਚ। ਦੈਨ ਹੈਪੇਟਾਈਟਸ B, OPV ਐਂਡ ਪੈਂਟਾਵੈਲੈਂਟ। ਸੋ ਇਹ ਸਾਰੀਆਂ ਵੈਕਸੀਨਸ ਓਪਨ ਵਾਇਲ ਪੋਲਿਸੀ ਦੇ ਵਿੱਚ ਇੰਕਲੂਡਡ ਹੁੰਦੀਆਂ। ਇਹ ਰੀਯੂਜ਼ ਕੀਤੀਆਂ ਜਾ ਸਕਦੀਆਂ ਅਗਰ ਸਹੀ ਤਰ੍ਹਾਂ ਇਹਨਾਂ ਨੂੰ ਮੇਨਟੇਨ ਕੀਤਾ ਜਾਂਦਾ ਤੇ। ਬਟ ਰੀਯੂਜ਼ ਕੰਡੀਸ਼ਨ ਕੀ ਹੁੰਦੀ ਹੈ ਇਹਨਾਂ ਦੇ ਲਈ ਕਿ ਇਹਨਾਂ ਵੈਕਸੀਨਸ ਦੀ ਐਕਸਪਾਇਰੀ ਡੇਟ ਵੈਲਿਡ ਹੋਵੇ, ਪ੍ਰੋਪਰ ਕੋਲਡ ਚੇਨ ਮੇਨਟੇਨ ਕੀਤੀ ਗਈ ਹੋਵੇ, ਸਟਰਲਿਟੀ ਮੇਨਟੇਨ ਕੀਤੀ ਗਈ ਹੋਵੇ। ਦੈਨ ਆਪਣੇ ਕੋਲ ਆ ਜਾਂਦੀਆਂ ਆ ਜਿਹੜੀਆਂ ਵੈਕਸੀਨਸ ਓਪਨ ਵਾਇਲ ਪੋਲਿਸੀ ਦੇ ਵਿੱਚ ਨਹੀਂ ਆਉਂਦੀਆਂ ਹੈਗੀਆਂ। ਇਹ ਸਾਰੀਆਂ ਆਉਂਦੀਆਂ ਸੀਗੀਆਂ, ਜੋ ਨਹੀਂ ਆਉਂਦੀਆਂ ਹੈਗੀਆਂ ਉਹ ਕਿਹੜੀਆਂ ਆ। ਸੋ ਉਹਦੇ ਵਿੱਚ ਆਪਣੇ ਕੋਲ ਸਾਰੀਆਂ ਆ ਜਾਂਦੀਆਂ ਆ ਰੀਕਨਸਟੀਟਿਊਟਿਡ ਵੈਕਸੀਨਸ। ਰੀਕਨਸਟੀਟਿਊਟਿਡ ਵੈਕਸੀਨਸ ਉਹ ਨੇ ਜੋ ਕਿ ਪਾਊਡਰ ਫਾਰਮ ਦੇ ਵਿੱਚ ਹੁੰਦੀਆਂ ਆ ਐਂਡ ਇਹਨਾਂ ਨੂੰ ਇੰਜੈਕਸ਼ਨ ਤੋਂ ਪਹਿਲਾਂ ਡਾਇਲੂਐਂਟ ਨਾਲ ਮਿਕਸ ਕਰਕੇ ਤਿਆਰ ਕੀਤਾ ਜਾਂਦਾ ਆ। ਸੋ ਹੁਣ ਇਹਦੇ ਵਿੱਚ ਕਿਹੜੀਆਂ ਵੈਕਸੀਨਸ ਆ ਜਾਂਦੀਆਂ ਆ, BCG, ਦੈਨ
MMR or measles vaccine and JE ਜੈਪਨੀਜ਼ ਐਨਸੈਫੇਲਾਈਟਿਸ। ਸੋ ਇਹ ਵਾਲੀਆਂ ਵੈਕਸੀਨਸ ਜੋ ਹੈ ਓਪਨ ਵਾਈਲ ਪੋਲਿਸੀ ਦੇ ਵਿੱਚ ਨਹੀਂ ਆਉਂਦੀਆਂ, ਇਹਨਾਂ ਨੂੰ ਰੀਯੂਜ਼ ਨਹੀਂ ਕੀਤਾ ਜਾ ਸਕਦਾ ਹੈਗਾ। ਸੋ ਆਪਣੇ ਕੋਲ ਆਪਸ਼ਨਸ ਦਿੱਤੀਆਂ ਹੈ A DPT, ਸੋ DPT ਓਪਨ ਵਾਈਲ ਪੋਲਿਸੀ 'ਚ ਆਉਂਦੀ ਆ। B TT, ਇਹ ਵੀ ਓਪਨ ਵਾਈਲ ਪੋਲਿਸੀ 'ਚ ਆਉਂਦੀ ਆ। C ਹੈਪੇਟਾਈਟਿਸ B, ਦਿਸ ਇਜ਼ ਆਲਸੋ ਐਪਲੀਕੇਬਲ ਫॉर ਓਪਨ ਵਾਈਲ ਪੋਲਿਸੀ। D BCG, ਸੋ ਇਹ ਸਾਡੀ ਐਕਸੈਪਸ਼ਨ ਹੈਗੀ ਆ ਐਂਡ ਇਹੀ ਕਰੈਕਟ ਆਨਸਰ, ਬਿਕੋਜ਼ ਅਸੀਂ ਐਕਸੈਪਸ਼ਨ ਫਾਈਂਡ ਕਰਨੀ ਹੀ, ਇਹ ਓਪਨ ਵਾਈਲ ਪੋਲਿਸੀ ਦੇ ਵਿੱਚ ਇੰਕਲੂਡ ਨਹੀਂ ਹੁੰਦੀ ਹੈਗੀ। BCG ਨੂੰ ਮਿਕਸ ਕਰਨ ਤੋਂ ਬਾਅਦ ਬਹੁਤ ਹੀ ਜਲਦੀ ਕੰਟੈਮੀਨੇਸ਼ਨ ਰਿਸਕ ਇਹਦੇ ਵਿੱਚ ਹੁੰਦਾ ਆ ਐਂਡ ਇਹਨੂੰ 4 to 6 ਆਵਰਸ ਦੇ ਅੰਦਰ ਯੂਜ਼ ਕਰਨਾ ਹੁੰਦਾ ਆ, ਦੈਨ ਉਸ ਤੋਂ ਬਾਅਦ ਡਿਸਕਾਰਡ ਕਰ ਦਿੱਤਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦ ਫੋਲੋਇੰਗ ਡਰਗ ਇਜ਼ ਰੀਪਲੇਸਡ ਇਨ ਨਿਊ TB ਗਾਈਡਲਾਈਨਸ 2025 ਫॉर ਡਰਗ ਸਸੈਪਟੇਬਲ ਪਲਮਨਰੀ TB। ਸੋ ਅਕੋਰਡਿੰਗ ਟੂ ਓਲਡ ਸਟੈਂਡਰਡ ਟਰੀਟਮੈਂਟ ਫॉर TB, ਉਹਦੇ ਵਿੱਚ ਆਪਣੇ ਕੋਲ 4 ਡਰਗਸ ਆ ਜਾਂਦੇ ਸੀਗੇ HRZE। ਸੋ H ਫॉर ਆਈਸੋਨਾਇਆਜ਼ਿਡ, R rifampicin, Z for pyrazinamide and E for ethambutol। ਸੋ ਇਹ 4 ਡਰਗ ਆਉਂਦੇ ਸੀਗੇ ਪਹਿਲਾਂ ਵਾਲੇ ਟਰੀਟਮੈਂਟ ਦੇ ਵਿੱਚ ਐਂਡ ਇਹ ਜੋ ਟਰੀਟਮੈਂਟ ਆ ਮੇਨਲੀ 6 ਮੰਥਸ ਤੱਕ ਚੱਲਦਾ ਹੁੰਦਾ ਸੀਗਾ। ਬਟ ਅਕੋਰਡਿੰਗ ਟੂ ਨਿਊ TB ਗਾਈਡਲਾਈਨਸ ਜੋ 2025 ਦੇ ਵਿੱਚ ਆਈਆਂ, ਇਹਨਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਜੋ ਟਰੀਟਮੈਂਟ ਹੈਗਾ ਆ ਉਹ 4 ਮੰਥਸ ਦੇ ਲਈ ਚੱਲੂਗਾ ਐਂਡ ਇਹਦੇ ਵਿੱਚ ਡਰਗਸ ਦੇ ਵਿੱਚ ਚੇਂਜਸ ਕੀਤੇ ਗਏ। ਸੋ H ਜੋ ਆਈਸੋਨਾਇਜ਼ਿਡ ਹੈਗਾ ਆ ਇਹ ਸੇਮ ਰਿਹਾ, ਇਹ ਇੱਦਾਂ ਹੀ ਚੱਲੂਗਾ। ਦੈਨ ਜੋ ਸੈਕਿੰਡ ਡਰਗ ਰਿਫੈਂਪਿਨ ਨੂੰ ਰੀਪਲੇਸ ਕਰ ਦਿੱਤਾ ਗਿਆ ਵਿਦ ਰਿਫੈਂਪੈਂਟਾਈਨ। ਦੈਨ ਜੋ ਥਰਡ ਡਰਗ ਹੈ ਪਾਇਰਾਜ਼ਿਨਾਮਾਈਡ, ਇਹ ਵੀ ਐਜ਼ ਇਟ ਇਜ਼ ਰਿਹਾ। ਐਂਡ ਦੈਨ ਜੋ ਫੋਰਥ ਡਰਗ ਇਥੈਂਬਿਊਟੋਲ ਹੈਗਾ ਆ ਇਹ ਇਲੀਮੀਨੇਟ ਕਰ ਦਿੱਤਾ ਗਿਆ ਐਂਡ ਇਹਦੀ ਜਗ੍ਹਾ ਇੱਕ ਡਰਗ ਐਡ ਕਰ ਦਿੱਤਾ ਗਿਆ, ਦੈਟ ਇਜ਼ ਮੋਕਸੀਫਲੋਕਸਾਸਿਨ। ਠੀਕ ਹੈ, ਸੋ ਮੇਜਰ ਚੇਂਜਸ ਕੀ ਹੋਏ, ਰਿਫੈਂਪਿਸਿਨ ਆਊਟ ਹੋ ਗਿਆ, ਇਹਦੀ ਜਗ੍ਹਾ ਰਿਫੈਂਪੈਂਟਾਈਨ ਇਨ ਹੋ ਗਿਆ ਐਂਡ ਦੈਨ ਇਥੈਂਬਿਊਟੋਲ ਆਊਟ ਹੋ ਗਿਆ ਐਂਡ ਇਹਨੂੰ ਰੀਪਲੇਸ ਕਰਤਾ ਵਿਦ ਮੋਕਸੀਫਲੋਕਸਾਸਿਨ ਐਂਡ ਟਰੀਟਮੈਂਟ ਡਿਊਰੇਸ਼ਨ 6 ਮੰਥਸ ਦੀ ਜਗ੍ਹਾ 4 ਮੰਥਸ ਹੋ ਗਈ। ਸੋ ਹੁਣ ਆਪਣੇ ਕੋਲ ਕੁਐਸਚਨ ਸੀਗਾ ਕਿ ਕਿਹੜਾ ਡਰਗ ਜੋ ਹੈ ਰੀਪਲੇਸ ਕੀਤਾ ਗਿਆ। ਆਪਸ਼ਨ A ਆਈਸੋਨਾਇਜ਼ਿਡ ਰੀਪਲੇਸ ਹੋਇਆ, ਨੋ ਇਹ ਤਾਂ ਐਜ਼ ਇਟ ਇਜ਼ ਆ। ਆਪਸ਼ਨ B ਰਿਫੈਂਪਿਸਿਨ, ਯੈਸ ਰਿਫੈਂਪਿਸਿਨ ਰੀਪਲੇਸ ਹੋ ਗਿਆ ਵਿਦ ਰਿਫੈਂਪਿਟਿਨ। C ਪਾਇਰਾਜ਼ਿਨਾਮਾਈਡ, ਨੋ ਇਹ ਵੀ ਐਜ਼ ਇਟ ਇਜ਼ ਆ। ਆਪਸ਼ਨ D ਨਨ ਆਫ ਅਬਵ, ਇਹ ਵੀ ਰੋਂਗ ਹੋ ਗਿਆ। ਸੋ ਕਰੈਕਟ ਆਂਸਰ ਆ ਗਿਆ ਆਪਸ਼ਨ B। ਨੈਕਸਟ ਕੁਐਸਚਨ ਹੈ ਜੀ, ਵੈਨ ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਇਨੀਸ਼ੀਏਟਡ। ਸੋ RBSK ਇੱਕ ਗਵਰਨਮੈਂਟ ਆਫ ਇੰਡੀਆ ਵੱਲੋਂ Feb 2013 ਵਿੱਚ ਲਾਂਚ ਕੀਤਾ ਗਿਆ ਸੀਗਾ ਅੰਡਰ ਨੈਸ਼ਨਲ ਹੈਲਥ ਮਿਸ਼ਨ ਐਂਡ ਇਹ ਪ੍ਰੋਗਰਾਮ ਦਾ ਜੋ ਮੇਨ ਏਮ ਸੀਗਾ 0 to 18 ਈਅਰ ਚਿਲਡਰਨ ਦੇ ਵਿੱਚ 4 Ds ਦੀ ਅਰਲੀ ਡਿਟੈਕਸ਼ਨ ਤੇ ਮੈਨੇਜਮੈਂਟ ਕਰਨਾ। ਸੋ ਹੁਣ ਉਹ ਜੋ 4 Ds ਹੈਗੇ ਆ ਉਹ ਕਿਹੜੇ ਸੀਗੇ, ਫਸਟ defects at birth, then second D diseases, third D deficiencies and fourth D developmental delays including disabilities। ਸੋ ਇਹਦੇ ਵਿੱਚ ਮੇਨ ਸਰਵਿਸਿਜ਼ ਇਸ ਪ੍ਰੋਗਰਾਮ ਦੇ ਅੰਡਰ ਕੀ ਆਉਂਦੀਆਂ ਸੀ, ਸਕਰੀਨਿੰਗ, ਅਰਲੀ ਡਾਇਗਨੋਸਿਸ ਐਂਡ ਫ੍ਰੀ ਟਰੀਟਮੈਂਟ ਜਾਂ ਰੈਫਰਲ, ਮੇਨਲੀ ਕਿਹਦੇ ਲਈ, ਫॉर 0 to 18 ਈਅਰ ਚਿਲਡਰਨ। ਸੋ ਕੁਐਸਚਨ ਮੇਨ ਇਹੀ ਪੁੱਛਿਆ ਸੀ ਕਦੋਂ ਇਨੀਸ਼ੀਏਟ ਹੋਇਆ, ਕਰੈਕਟ ਆਂਸਰ ਇਜ਼ ਆਪਸ਼ਨ B 2013। ਨੈਕਸਟ ਕੁਐਸਚਨ ਹੈ ਜੀ, ਨਵਜਾਤ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਇਨੀਸ਼ੀਏਟਡ ਕਦੋਂ ਹੋਇਆ ਸੀਗਾ, NSSK। ਸੋ ਇਹ ਜੋ ਪ੍ਰੋਗਰਾਮ ਹੈਗਾ ਹੈ ਇਹ ਗਵਰਨਮੈਂਟ ਆਫ ਇੰਡੀਆ ਵੱਲੋਂ 2009 ਦੇ ਵਿੱਚ ਲਾਂਚ ਕੀਤਾ ਗਿਆ ਸੀ। ਸੋ ਕਰੈਕਟ ਆਂਸਰ ਇਜ਼ ਆਪਸ਼ਨ D। ਇਹਦਾ ਮੇਨ ਫੋਕਸ ਸੀਗਾ ਨਿਊਬੋਰਨ ਕੇਅਰ ਤੇ ਨਿਓਨੇਟਲ ਰਿਸਰਸੀਟੇਸ਼ਨ ਟ੍ਰੇਨਿੰਗ ਪ੍ਰੋਵਾਈਡ ਕਰਨਾ ਹੈਲਥ ਕੇਅਰ ਵਰਕਰਸ ਨੂੰ। ਸੋ ਹੁਣ ਨਿਓਨੇਟਲ ਕੇਅਰ ਐਂਡ ਰਿਸਰਸੀਟੇਸ਼ਨ ਟ੍ਰੇਨਿੰਗ ਪ੍ਰੋਵਾਈਡ ਕਿਉਂ ਕਰਨੀ ਸੀ, ਮੇਨ ਗੋਲ ਕੀ ਹੈ ਇਹਦਾ, ਨਿਊਬੋਰਨ ਮੋਰਟੈਲਿਟੀ ਨੂੰ ਰਿਡਿਊਸ ਕਰਨਾ, ਬਰਥ ਐਸਫੈਕਸੀਆ ਪ੍ਰੀਵੈਂਟ ਕਰਨਾ ਐਂਡ ਅਸੈਂਸ਼ੀਅਲ ਨਿਊਬੋਰਨ ਕੇਅਰ ਨੂੰ ਇੰਪਰੂਵ ਕਰਨਾ। ਨੈਕਸਟ ਕੁਐਸਚਨ ਹੈ ਜੀ, ਚਾਈਲਡ ਸਰਵਾਈਵਲ ਰੇਟ ਇਜ਼ ਕੈਲਕੂਲੇਟਡ ਬਾਏ। ਸੋ ਚਾਈਲਡ ਸਰਵਾਈਵਲ ਰੇਟ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਆ। ਹੁਣ ਕਰੈਕਟ ਫਾਰਮੂਲਾ ਇਹਦੇ ਵਿੱਚ ਕੀ ਹੁੰਦਾ ਹੈ ਚਾਈਲਡ ਸਰਵਾਈਵਲ ਰੇਟ ਦਾ, 1000 ਮਾਈਨਸ ਅੰਡਰ 5 ਮੋਰਟੈਲਿਟੀ ਰੇਟ। ਸੋ ਕਰੈਕਟ ਆਂਸਰ ਸਾਡਾ ਆਪਸ਼ਨ C ਆਉਣਾ। ਬਟ ਹੁਣ ਜੋ 1000 ਮਾਈਨਸ ਅੰਡਰ 5 ਮੋਰਟੈਲਿਟੀ ਰੇਟ ਤਾਂ D ਦੇ ਵਿੱਚ ਵੀ ਦਿੱਤਾ ਸੀਗਾ, ਬਟ ਅੱਗੇ ਹੁਣ ਕੀ ਲਿਖਿਆ ਹੋਇਆ, ਡਿਵਾਈਡ ਬਾਏ 10 ਔਰ ਡਿਵਾਈਡ ਬਾਏ 100।
ਹੁਣ ਚਾਈਲਡ ਸਰਵਾਈਵਲ ਰੇਟ ਜੋ ਹੈ ਉਹ ਯੂਜੂਅਲੀ ਕੈਲਕੂਲੇਟ ਕੀਤਾ ਜਾਂਦਾ ਪਰ 1000 ਲਾਈਕ ਬਰਡਸ। ਫਸਟ 1000 ਉਹਦੇ 'ਚੋਂ ਅਸੀਂ ਮਾਈਨਸ ਕਰਤੇ ਅੰਡਰ 5 ਮੋਰਟੈਲਿਟੀ ਰੇਟ। ਸੋ ਇਹ ਪਹਿਲਾਂ ਸਿਰਫ ਇਹ ਮਾਈਨਸ ਕਰਨ ਦੇ ਨਾਲ ਸਰਵਾਈਵਲ ਪਰ 1000 ਚਿਲਡਰਨ ਮਿਲ ਜੂਗਾ। ਦੈਨ ਉਹਨੂੰ ਜਦੋਂ ਅਸੀਂ 10 ਦੇ ਨਾਲ ਡਿਵਾਈਡ ਕਰਾਂਗੇ ਐਂਡ ਉਹਨੂੰ ਅਸੀਂ ਪਰਸੈਂਟੇਜ 'ਚ ਕਨਵਰਟ ਕਰ ਸਕਦੇ ਹੈਗੇ ਆ। ਐਗਜ਼ਾਮਪਲ ਅਸੀਂ ਲੈਂਦੇ ਹਾਂ। ਸੋ 1000 ਚੋਂ ਅਸੀਂ ਮਾਈਨਸ ਕੀਤਾ ਅੰਡਰ 5 ਮੋਰਟੈਲਿਟੀ ਰੇਟ ਜੋ ਸਾਡੇ ਕੋਲ ਸੀਗਾ 50। ਸੋ 50 ਨੂੰ ਮਾਈਨਸ ਕੀਤਾ ਅਤੇ ਕਿੰਨਾ ਬਚਿਆ ਆਪਣੇ ਕੋਲ 950। ਹੁਣ ਜਦੋਂ ਅਸੀਂ 950 ਨੂੰ 10 ਦੇ ਨਾਲ ਡਿਵਾਈਡ ਕਰ ਦਾਂਗੇ ਤਾਂ ਆਨਸਰ ਕੀ ਆ ਗਿਆ 95। ਸੋ ਸਰਵਾਈਵਲ ਰੇਟ ਜੋ ਆਪਣੇ ਕੋਲ ਉਹ ਕੀ ਆ ਗਿਆ 95%। ਠੀਕ ਹੈ ਜੀ। ਸੋ A ਐਂਡ B ਉਹ ਰੋਂਗ ਨੇ ਬਿਕੋਜ਼ ਉਹਨਾਂ ਦੇ ਵਿੱਚ 1000 ਦੀ ਜਗ੍ਹਾ ਇੱਥੇ 100 ਦਿੱਤਾ ਸੀ। ਸੋ ਇਹ ਤਾਂ ਡਾਇਰੈਕਟਲੀ ਰੋਂਗ ਹੋ ਗਏ। ਐਂਡ D ਰੋਂਗ ਇਸ ਕਰਕੇ ਹੈ ਬਿਕੋਜ਼ ਉਹਦੇ ਵਿੱਚ ਡਿਵਾਈਡ ਬਾਈ 100 ਦਿੱਤਾ ਆ, ਜਿਹਦੇ ਕਰਕੇ ਸਾਡੇ ਕੋਲ ਸਹੀ ਆਨਸਰ ਨਹੀਂ ਆਊਗਾ। ਸੋ ਕਰੈਕਟ ਆਨਸਰ ਆਉਣਾ ਸੀਗਾ ਆਪਸ਼ਨ C। ਨੈਕਸਟ ਕੁਐਸਚਨ ਹੈ ਜੀ ਐਨ ਆਰਮ ਸਰਕਮਫਰੈਂਸ ਐਕਸੀਡਿੰਗ 13.5 ਸੈਂਟੀਮੀਟਰ ਇੰਡੀਕੇਟਸ। ਸੋ ਮਿਡ ਅਪਰ ਆਰਮ ਸਰਕਮਫਰੈਂਸ ਜੋ ਹੈ ਉਹ ਚਾਈਲਡ ਦੇ ਨਿਊਟ੍ਰੀਸ਼ਨਲ ਸਟੇਟਸ ਨੂੰ ਅਸੈਸ ਕਰਨ ਲਈ ਯੂਜ਼ ਹੁੰਦਾ ਆ। ਸੋ ਇਹਦੇ ਜੋ ਆਪਣੇ ਕੋਲ ਮੈਜ਼ਰਮੈਂਟਸ ਹੁੰਦੀਆਂ ਆ ਮੋਰ ਦੈਨ 13.5 ਸੈਂਟੀਮੀਟਰ ਜੋ ਹੈ ਉਹ ਨੋਰਮਲ ਆ। ਅਗਰ 12.5 ਟੂ 13.5 ਸੈਂਟੀਮੀਟਰ ਆਉਂਦੀ ਆ ਇਟ ਮੀਨਸ ਦੇਰ ਇਜ਼ ਮਾਈਲਡ ਮਾਲ ਨਿਊਟ੍ਰੀਸ਼ਨ। ਦੈਨ ਅਗਰ 11.5 ਟੂ 12.5 ਸੈਂਟੀਮੀਟਰ ਆ ਇਟ ਮੀਨਸ ਦੇਰ ਇਜ਼ ਮੋਡਰੇਟ ਮਾਲ ਨਿਊਟ੍ਰੀਸ਼ਨ। ਦੈਨ ਇਸ ਤੋਂ ਵੀ ਅਗਰ ਘੱਟ ਆ ਲੈਸ ਦੈਨ 11.5 ਸੈਂਟੀਮੀਟਰ ਆਉਂਦੀ ਆ ਦੈਨ ਉਹ ਸੀਵੀਅਰ ਐਕਿਊਟ ਮਾਲ ਨਿਊਟ੍ਰੀਸ਼ਨ ਹੈਗੀ ਆ ਚਾਈਲਡ ਦੇ ਵਿੱਚ। ਸੋ ਕੁਐਸਚਨ 'ਚ ਸਾਨੂੰ ਪੁੱਛਿਆ ਕਿ ਆਰਮ ਸਰਕਮਫਰੈਂਸ ਐਕਸੀਡ ਕਰਨ ਦੀ ਆ 13.5 ਸੈਂਟੀਮੀਟਰ ਨੂੰ। ਸੋ ਮੋਰ ਦੈਨ 13.5 ਇਜ਼ ਨੋਰਮਲ। ਸੋ ਆਪਣੇ ਕੋਲ ਕਰੈਕਟ ਆਨਸਰ ਕੀ ਆਊਗਾ A ਸੀਵੀਅਰ ਮਾਲ ਨਿਊਟ੍ਰੀਸ਼ਨਲ status, B mild malnutritional status, C moderate malnutrition status और D satisfactory nutritional status। so correct answer ਕੀ ਆ ਗਿਆ option D satisfactory status ਆ because ਇਹ normal ਆ। so main ਇਹ ਯਾਦ ਰੱਖਣਾ ਅਗਰ more than 13.5 ਆ that is normal, less than 11.5 ਆ then ਉਹ severe malnutrition ਦੇ ਵਿੱਚ ਆਉਂਦਾ ਹੈ। ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਮੈਥਡ ਟੂ ਚੈੱਕ ਐਫੀਸ਼ੀਐਂਸੀ ਆਫ ਪੈਸਚਰਾਈਜੇਸ਼ਨ। ਪੈਸਚਰਾਈਜੇਸ਼ਨ ਦਾ ਮਤਲਬ ਕਿ ਮਿਲਕ ਨੂੰ ਇੱਕ ਸਪੈਸੀਫਿਕ ਟੈਂਪਰੇਚਰ 'ਤੇ ਹੀਟ ਕਰਕੇ ਹਾਰਮਫੁਲ ਬੈਕਟੀਰੀਆ ਨੂੰ ਡਿਸਟਰੋਏ ਕਰਨਾ। ਸੋ ਪੈਸਚਰਾਈਜੇਸ਼ਨ ਦੇ ਜੋ ਕਾਮਨ ਮੈਥਡ ਹੁੰਦੇ ਆ ਉਹ ਮੇਨਲੀ ਦੋ ਮੈਥਡ ਆ ਜਾਂਦੇ ਹੈਗੇ ਆ। ਇੱਕ ਆ ਜਾਂਦਾ ਹੈ ਲੋ ਟੈਂਪਰੇਚਰ ਲੌਂਗ ਟਾਈਮ, ਦੂਜਾ ਆ ਜਾਂਦਾ ਹੈਗਾ ਆ ਹਾਈ ਟੈਂਪਰੇਚਰ ਸ਼ਾਰਟ ਟਾਈਮ। ਇਹਨੂੰ ਹੋਲਡਰ ਮੈਥਡ ਵੀ ਕਿਹਾ ਜਾਂਦਾ ਲੋ ਟੈਂਪਰੇਚਰ ਲੌਂਗ ਟਾਈਮ ਨੂੰ। ਐਂਡ ਇਹਦੇ ਵਿੱਚ 63 ਡਿਗਰੀ ਸੈਲਸੀਅਸ 'ਤੇ ਹੀਟ ਕੀਤਾ ਜਾਂਦਾ ਆ ਫॉर 30 ਮਿੰਟ। ਐਂਡ ਜੋ ਹਾਈ ਟੈਂਪਰੇਚਰ ਸ਼ਾਰਟ ਟਾਈਮ ਆ ਉਹਦੇ 'ਤੇ ਹਾਈ ਟੈਂਪਰੇਚਰ 'ਤੇ ਹੀਟ ਕੀਤਾ ਜਾਂਦਾ ਹੈ 72 ਡਿਗਰੀ ਸੈਲਸੀਅਸ 'ਤੇ ਬਟ ਘੱਟ ਟਾਈਮ ਲਈ ਓਨਲੀ ਫॉर 15 ਸੈਕਿੰਡ। ਠੀਕ ਹੈ ਜੀ। ਸੋ ਇਹ ਜੋ ਦੋਨੋਂ ਮੈਥਡ ਆ ਇਹ ਪੈਸਚਰਾਈਜੇਸ਼ਨ ਦੇ ਮੈਥਡ ਆ ਬਟ ਕੁਐਸਚਨ 'ਚ ਆਪਣੇ ਕੋਲ ਗੱਲ ਹੁੰਦੀ ਹੈ ਐਫੀਸ਼ੀਐਂਸੀ ਆਫ ਪੈਸਚਰਾਈਜੇਸ਼ਨ। ਹੁਣ ਐਫੀਸ਼ੀਐਂਸੀ ਚੈੱਕ ਕਰਨ ਲਈ ਜੋ ਮੈਥਡ ਯੂਜ਼ ਹੁੰਦੇ ਆ ਇਹਦੇ ਲਈ ਇੱਕ ਤਾਂ ਆ ਜਾਂਦਾ ਹੈਗਾ ਆ ਫੋਸਫੇਟ ਟੈਸਟ, ਸੈਕਿੰਡ ਇਜ਼ ਸਟੈਂਡਰਡ ਪਲੇਟ ਕਾਊਂਟ, ਥਰਡ ਇਜ਼ ਕੋਲੀਫਾਰਮ ਕਾਊਂਟ ਐਂਡ ਫੋਰਥ ਮੈਥਡ ਆ ਜਾਂਦਾ ਹੈ ਮਿਥਾਈਲਿਨ ਬਲੂ ਰਿਡਕਸ਼ਨ ਟੈਸਟ। ਸੋ ਇਹ ਚਾਰ ਮੈਥਡ ਜੋ ਹੈ ਇਹ ਪੈਸਚਰਾਈਜੇਸ਼ਨ ਦੀ ਐਫੀਸ਼ੀਐਂਸੀ ਨੂੰ ਟੈਸਟ ਕਰਨ ਲਈ ਯੂਜ਼ ਕੀਤੇ ਜਾਂਦੇ ਆ। ਹੁਣ ਕੁਐਸਚਨ 'ਚ ਸਾਨੂੰ ਪੁੱਛਿਆ ਕਿ ਕਿਹੜਾ ਮੈਥਡ ਇਹਦੀ ਐਫੀਸ਼ੀਐਂਸੀ ਲਈ ਨਹੀਂ ਹੁੰਦਾ ਨਾਟ ਅ ਮੈਥਡ। A ਫੋਸਫੇਟ ਟੈਸਟ ਸੋ ਇਹ ਤਾਂ ਐਫੀਸ਼ੀਐਂਸੀ ਲਈ ਹੁੰਦਾ ਆ। B ਸਟੈਂਡਰਡ ਪਲੇਟ ਕਾਊਂਟ ਇਹ ਵੀ ਹੁੰਦਾ ਆ। C ਪੈਰਾ ਹੀਮੋਲਿਟਿਕਸ ਕਾਊਂਟ ਸੋ ਇਹ ਆਪਾਂ ਕਿਤੇ ਪੜ੍ਹਿਆ ਐਫੀਸ਼ੀਐਂਸੀ ਮੈਥਡਸ ਦੇ ਵਿੱਚ ਨੋ। ਸੋ ਦਿਸ ਇਜ਼ ਨਾਟ ਅ ਮੈਥਡ ਐਂਡ ਇਹੀ ਕਰੈਕਟ ਆਪਸ਼ਨ ਹੋਊਗੀ। ਅਸੀਂ ਐਕਸੈਪਸ਼ਨ ਫਾਈਂਡ ਕਰਨੀ ਆ। D ਕੋਲੀਫਾਰਮ ਮੈਥਡ ਵੀ ਐਫੀਸ਼ੀਐਂਸੀ ਟੈਸਟ ਕਰਨ ਲਈ ਯੂਜ਼ ਕੀਤਾ ਜਾਂਦਾ ਆ। ਜੋ ਆਪਣੇ ਕੋਲ ਆਪਸ਼ਨ C ਦਿੱਤੀ ਆ ਪੈਰਾ ਹੀਮੋਲਿਟਿਕਸ ਕਾਊਂਟ ਇਹ ਜੋ ਹੈਗਾ ਆ ਇਹ ਮੇਨਲੀ ਸੀ ਫੂਡ ਕੰਟੈਮੀਨੇਸ਼ਨ ਨਾਲ ਰਿਲੇਟਡ ਬੈਕਟੀਰੀਆ ਲਈ ਹੁੰਦਾ ਆ ਉਹਦੀ ਟੈਸਟਿੰਗ ਲਈ, ਮਿਲਕ ਪੈਸਚਰਾਈਜੇਸ਼ਨ ਦੇ ਲਈ ਨਹੀਂ ਹੁੰਦਾ। ਨੈਕਸਟ ਕੁਐਸਚਨ ਇਜ਼ ਐਜ਼ ਪਰ ਕੁੱਪੂਸਵਾਮੀਜ਼ ਸੋਸ਼ੀਓ ਇਕਨੋਮਿਕ ਸਟੇਟਸ ਸਕੇਲ ਲੋਅਰ ਮਿਡਲ ਕਲਾਸ ਇਜ਼। ਸੋ ਜੋ ਕੁੱਪੂਸਵਾਮੀ ਸੋਸ਼ੀਓ ਇਕਨੋਮਿਕ ਸਟੇਟਸ ਸਕੇਲ ਹੈਗਾ ਆ ਇਹ ਅਰਬਨ ਫੈਮਲੀਜ਼ ਦੀ ਸੋਸ਼ੀਓ ਇਕਨੋਮਿਕ ਸਟੇਟਸ ਨੂੰ ਅਸੈਸ ਕਰਨ ਲਈ ਯੂਜ਼ ਹੁੰਦਾ ਆ। ਐਂਡ ਇਹ ਸਕੇਲ ਦੇ ਵਿੱਚ ਮੇਨਲੀ 3 ਚੀਜ਼ਾਂ ਅਸੈਸ ਕਰਦੇ ਆ ਐਜੂਕੇਸ਼ਨ, ਆਕਿਊਪੇਸ਼ਨ ਐਂਡ ਇਨਕਮ।
ਸੋ ਇਹ ਤਿੰਨਾਂ ਚੀਜ਼ਾਂ ਦੇ ਸਕੋਰਸ ਐਡ ਕੀਤੇ ਜਾਂਦੇ ਆ ਐਂਡ ਟੋਟਲ ਸਕੋਰ ਜੋ ਅਗਰ 26 to 29 ਆ ਰਹੀ ਆ ਇਟ ਮੀਨਸ ਸੋਸ਼ੋ ਇਕਨੋਮਿਕ ਕਲਾਸ ਕਿਹੜੀ ਹੈ ਅਪਰ ਕਲਾਸ ਇਫ ਇਟ ਇਜ਼ 16 to 25 then it is upper middle 11 to 15 is lower middle class 5 to 10 is upper lower and less than 5 is lower class ਸੋ ਇਹ ਸੋਸ਼ੋ ਇਕਨੋਮਿਕ ਕਲਾਸਿਸ ਦਿੱਤੀਆਂ ਹੋਈਆਂ ਅਕੋਰਡਿੰਗ ਟੂ ਸਕੋਰ ਜਿੰਨੀ ਕੁੱਪੂਸਵਾਮੀ ਸਕੇਲ ਦੇ ਵਿੱਚ ਆਉਂਦੀ ਹੈ ਐਂਡ ਸਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਆ ਕਿ ਲੋਅਰ ਮਿਡਲ ਕਲਾਸ ਕਿਹੜੀ ਸਕੋਰ ਵਿੱਚ ਹੁੰਦੀ ਆ ਆਪਸ਼ਨ ਏ ਇਫ ਸਕੋਰ ਇਜ਼ 5 to 10 ਬੀ ਇਫ ਸਕੋਰ ਇਜ਼ 11 to 15 ਸੀ ਇਫ ਸਕੋਰ ਇਜ਼ 16 to 25 ਔਰ ਡੀ ਬੋਥ ਏ ਐਂਡ ਬੀ ਸੋ ਕਰੈਕਟ ਆਨਸਰ ਕੀ ਹੈ ਆਪਣਾ ਲੋਅਰ ਮਿਡਲ ਕਲਾਸ ਲਈ 11 to 15 correct answer is option B. Next question है जी pleomorphism is a characteristic features of A measles B rubella C chickenpox D mumps ਸੋ ਸਭ ਤੋਂ ਪਹਿਲਾਂ pleomorphism ਦਾ ਮਤਲਬ ਕੀ ਹੁੰਦਾ ਆ ਇਹਦਾ ਮਤਲਬ ਕਿ ਜੋ ਸਕਿਨ ਤੇ ਲੈਜਨਸ ਫਾਰਮ ਹੁੰਦੇ ਆ ਕਿਸੇ ਡਿਸੀਜ਼ ਦੇ ਵਿੱਚ ਉਹ ਡਿਫਰੈਂਟ ਸਟੇਜਸ 'ਚ ਹੈਗੇ ਆ ਇੱਕੋ ਟਾਈਮ ਤੇ ਸੋ ਇਹ ਕਿਹੜੀ ਡਿਸੀਜ਼ ਦਾ ਕਰੈਕਟਰਿਸਟਿਕ ਫੀਚਰ ਹੁੰਦਾ ਹੈ ਇਹ ਕਲਾਸਿਕ ਫੀਚਰ ਹੁੰਦਾ ਆ ਚਿਕਨ ਪੌਕਸ ਦਾ ਸੋ ਕਰੈਕਟ ਆਨਸਰ ਆ ਗਿਆ ਆਪਸ਼ਨ ਸੀ ਹੁਣ ਚਿਕਨ ਪੌਕਸ ਵਿੱਚ ਦੇਖਿਆ ਜਾਂਦਾ ਕਿ ਇੱਕੋ ਟਾਈਮ 'ਤੇ ਬੋਡੀ 'ਤੇ ਡਿਫਰੈਂਟ ਟਾਈਪ ਆਫ ਜਾਂ ਡਿਫਰੈਂਟ ਸਟੇਜਸ ਆਫ ਸਕਿਨ ਲੈਜਨਸ ਦੇਖੇ ਜਾਂਦੇ ਆ ਮੈਕਿਊਲਸ ਵੀ ਹੁੰਦੇ ਆ ਪੈਪਿਊਲਸ ਵੈਸੀਕਲਸ ਕਰਸਟ ਜੋ ਸਕੈਬਸ ਫਾਰਮ ਹੁੰਦੇ ਆ ਸੋ ਡਿਫਰੈਂਟ ਲੀਜਨਸ ਹੁੰਦੇ ਆ ਡਿਫਰੈਂਟ ਹੀਲਿੰਗ ਸਟੇਜਸ 'ਚ ਉਹ ਹੁੰਦੇ ਆ ਸਾਰੇ ਇਕੱਠੇ ਮਿਲਦੇ ਆ ਇਸ ਡਿਸੀਜ਼ ਦੇ ਵਿੱਚ ਉਹਨੂੰ ਬੋਲਦੇ ਆ ਪਲੀਓਮੋਰਫਿਜ਼ਮ ਸੋ ਲੀਜਨ ਦੀਆਂ ਸਟੇਜਸ ਕਿਹੜੀਆਂ ਜਿੱਦਾਂ ਚਿਕਨ ਪੌਕਸ ਦੇ ਵਿੱਚ ਹੁੰਦੀਆਂ ਆ ਪਹਿਲਾਂ ਮੈਕਿਊਲ ਫਾਰਮ ਹੁੰਦੇ ਆ ਦੈਨ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਹੀਲਿੰਗ ਸਟਾਰਟ ਹੁੰਦੀ ਆ ਉੱਥੇ ਪੈਪਿਊਲ ਫਾਰਮ ਹੋ ਜਾਂਦਾ ਆ ਦੈਨ ਉਸ ਤੋਂ ਬਾਅਦ ਵੈਸੀਕਲਸ ਫਾਰਮ ਹੁੰਦੇ ਆ ਐਂਡ ਵੈਸੀਕਲ ਤੋਂ ਬਾਅਦ ਕਰਸਟ ਔਰ ਸਕੈਬ ਫਾਰਮੇਸ਼ਨ ਹੁੰਦੀ ਆ ਸੋ ਇਹ ਜੋ ਫਾਰਮ ਇਹ ਸਟੇਜਸ ਦੇ ਵਿੱਚ ਜੋ ਰੈਸ਼ਸ ਹੁੰਦੇ ਆ ਦੈਟ ਇਜ਼ ਪਲੀਓਮੋਰਫਿਕ ਰੈਸ਼ ਜੋ ਬਾਕੀ ਆਪਣੇ ਕੋਲ ਆਪਸ਼ਨਸ ਦਿੱਤੀਆਂ ਸੀਗੀਆਂ ਇਹ ਮੀਜ਼ਲ ਵਿੱਚ ਜੋ ਰੈਸ਼ ਹੁੰਦੇ ਆ ਉਹ ਮੈਕਿਊਲੋ ਪੈਪੂਲਰ ਰੈਸ਼ ਹੁੰਦਾ ਆ ਪਲੀਓਮੋਰਫਿਜ਼ਮ ਨਹੀਂ ਹੁੰਦੀ ਬੀ ਰੁਬੈਲਾ ਦੇ ਵਿੱਚ ਜੋ ਰੈਸ਼ਸ ਆ ਫਾਈਨ ਪਿੰਕ ਕਲਰ ਰੈਸ਼ਸ ਹੁੰਦੇ ਆ ਐਂਡ ਮਮਸ ਦੇ ਵਿੱਚ ਮੇਨਲੀ ਪੈਰੋਟਿਡ ਗਲੈਂਡ ਸਵੈਲਿੰਗ ਹੁੰਦੀ ਹੈ ਇਹਦੇ ਵਿੱਚ ਰੈਸ਼ਸ ਨਹੀਂ ਹੁੰਦੇ ਨੈਕਸਟ ਕੁਐਸਚਨ ਹੈ ਜੀ ਦ ਪ੍ਰੈਵਲੈਂਸ ਆਫ ਟਿਊਬਰਕਲੋਸਿਸ ਇਜ਼ ਡਿਫਾਈਨਡ ਐਜ਼ ਸੋ ਕੁਐਸਚਨ ਦੇ ਵਿੱਚ ਕੀ ਪੁੱਛਿਆ ਹੈ ਸਾਨੂੰ ਪ੍ਰੈਵਲੈਂਸ ਆਫ ਟਿਊਬਰਕਲੋਸਿਸ ਪ੍ਰੈਵਲੈਂਸ ਦਾ ਮਤਲਬ ਹੁੰਦਾ ਆ ਕਿਸੇ ਡਿਸੀਜ਼ ਦੇ ਟੋਟਲ ਐਗਜ਼ਿਸਟਿੰਗ ਕੇਸਿਸ ਇੱਕ ਸਪੈਸੀਫਿਕ ਟਾਈਮ 'ਤੇ ਪੋਪੂਲੇਸ਼ਨ 'ਚ ਕਿੰਨੇ ਆ ਸੋ TB ਦੀ ਪ੍ਰੈਵਲੈਂਸ ਪੁੱਛੀ ਆ ਇਹਦਾ ਮਤਲਬ ਨੰਬਰ ਆਫ TB ਕੇਸਿਸ ਐਟ ਅ ਗਿਵਨ ਪੁਆਇੰਟ ਇਨ ਟਾਈਮ ਸੋ ਕਰੈਕਟ ਆਨਸਰ ਆਪਣਾ ਇਹਨਾਂ 'ਚੋਂ ਕਿਹੜਾ ਹੋਊਗਾ ਆਪਸ਼ਨ ਏ ਨਿਊ ਐਂਡ ਰੀਕਰੈਂਟ ਐਪੀਸੋਡਸ ਆਫ TB ਨੋਟੀਫਾਈਡ ਫॉर ਅ ਗਿਵਨ ਈਅਰ ਨੋ ਨਿਊ ਐਂਡ ਰੀਕਰੈਂਟ ਕੇਸਿਸ ਜੋ ਨੋਟੀਫਾਈਡ ਹੋਣ ਦੀ ਗੱਲ ਹੁੰਦੀ ਆ ਇਹ ਹੁੰਦਾ ਆ ਨੋਟੀਫਿਕੇਸ਼ਨ ਰੇਟ ਸੋ ਦਿਸ ਇਜ਼ ਰੋਂਗ ਆਪਾਂ ਪ੍ਰੈਵਲੈਂਸ ਦੇਖਣਾ ਆ ਆਪਸ਼ਨ ਬੀ number of new and recurrent episodes of TB occurring in a given year so ਹੁਣ new plus recurrent cases in a given year ਤਾਂ ਲਿਖਿਆ ਹੋਇਆ ਆ but at a point in time ਇੱਦਾਂ ਦਾ ਕੁਛ ਨਹੀਂ ਹੈ ਇਹਦੇ ਵਿੱਚ so this is incidence not prevalence so this is also wrong option C number of TB cases at a given point in time so number of cases ਦੀ ਵੀ ਗੱਲ ਆ ਗਈ then ਉਸ ਤੋਂ ਬਾਅਦ given point ਤੇ in time so this is known as prevalence so correct answer ਆ ਗਈ option C D ਦਿੱਤਾ ਹੈ risk of death from TB so ਜਿੱਥੇ death ਦੀ ਗੱਲ ਹੁੰਦੀ ਆ that is mortality rate so this is also wrong so ਇਹ ਹੁਣ ਕੁਝ terms ਆ ਜੋ ਤੁਹਾਨੂੰ ਇਹ ਪਤਾ ਹੋਣੀਆਂ ਚਾਹੀਦੀਆਂ so ਇੱਕ ਆਪਾਂ ਕਰ ਲਿਆ ਸੀ notification rate means ਕਿੰਨੇ cases ਜੋ ਰਿਪੋਰਟ ਕੀਤੇ ਗਏ ਹੈਲਥ ਅਥਾਰਟੀ ਨੂੰ then mortality means ਜੋ deaths ਹੋਈਆਂ disease ਕਰਕੇ ਜਾਂ risk of death that is mortality then incidence ਕੀ ਹੁੰਦਾ ਆ incidence ਮਤਲਬ ਜਿਹੜੇ ਵੀ new cases ਆਉਂਦੇ ਆ during a period specific time ਤੇ ਕਿੰਨੇ new cases ਆਉਂਦੇ ਹੈਗੇ ਆ ਬਟ ਪ੍ਰੈਵਲੈਂਸ ਕੀ ਹੁੰਦਾ ਵਾ ਜਿੰਨੇ ਵੀ ਟੋਟਲ ਐਗਜ਼ਿਸਟਿੰਗ ਕੇਸਿਸ ਆ ਚਾਹੇ ਉਹ ਓਲਡ ਆ ਚਾਹੇ ਨਿਊ ਹੈਗੇ ਆ ਐਟ ਅ ਪੁਆਇੰਟ ਜਾਂ ਐਟ ਅ ਟਾਈਮ ਮਤਲਬ ਪ੍ਰੈਜ਼ੈਂਟ ਟੋਟਲ ਕੇਸਿਸ ਸਾਰੇ ਕਿਹਦੇ ਵਿੱਚ ਆ ਜਾਂਦੇ ਆ ਪ੍ਰੈਵਲੈਂਸ ਦੇ ਵਿੱਚ
ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦ ਫੋਲੋਇੰਗ ਇਜ਼ ਲਾਈਵ ਐਟੀਨੂਏਟਡ ਵੈਕਸੀਨ। ਸੋ ਲਾਈਵ ਐਟੀਨੂਏਟਡ ਵੈਕਸੀਨਸ ਉਹ ਹੁੰਦੀਆਂ ਆ ਜਿਨ੍ਹਾਂ ਦੇ ਵਿੱਚ ਵੀਕਐਂਡ ਜਾਂ ਆਪਾਂ ਕਹਿ ਸਕਦੇ ਕਮਜ਼ੋਰ ਜਿਹੜੇ ਲਾਈਵ ਔਰਗੈਨਿਜ਼ਮਸ ਹੁੰਦੇ ਆ ਉਹ ਉਹਨਾਂ ਵਿੱਚ ਪਾ ਕੇ ਵੈਕਸੀਨ ਡਿਵੈਲਪ ਕੀਤੀ ਜਾਂਦੀ ਆ ਜੋ ਇਮਿਊਨਿਟੀ ਡਿਵੈਲਪ ਕਰਦੇ ਆ ਪਰਸਨ ਦੇ ਵਿੱਚ ਵਿਦਆਊਟ ਕਾਜ਼ਿੰਗ ਸੀਵੀਅਰ ਡਿਸੀਜ਼। ਹੁਣ ਜਿਹੜੀਆਂ ਲਾਈਵ ਵੈਕਸੀਨਸ ਹੁੰਦੀਆਂ ਆ ਇਹਦੇ ਵਿੱਚ ਕਿਹੜੀ ਕਿਹੜੀ ਵੈਕਸੀਨਸ ਆ ਜਾਂਦੀਆਂ ਆ ਮੀਜ਼ਲਸ, MMR, ਦੈਨ OPV, BCG, ਵੈਰੀਸੇਲਾ ਔਰ ਜ਼ੂਸਟਰ ਵੈਕਸੀਨ ਜੋ ਆ ਜਾਂਦੀ ਆ ਯੈਲੋ ਫੀਵਰ। ਸੋ ਇਹ ਵਾਲੀਆਂ ਸਾਰੀਆਂ ਵੈਕਸੀਨਸ ਲਾਈਵ ਹੁੰਦੀਆਂ ਆ ਐਂਡ ਇਹਨਾਂ ਵਿੱਚ ਇਹ ਧਿਆਨ ਰੱਖਣਾ ਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਜੋ ਲਾਈਵ ਵੈਕਸੀਨ ਹੈਗੀ ਆ ਉਹ ਇਮਿਊਨੋ ਕੰਪਰੋਮਾਈਜ਼ਡ ਮੀਨਸ ਜਿਨ੍ਹਾਂ ਦੀ ਇਮਿਊਨਿਟੀ ਲੋ ਆ ਉਹ ਪੇਸ਼ੈਂਟਸ 'ਚ ਨਹੀਂ ਦੇਣੀ, ਪ੍ਰੈਗਨੈਂਟ ਪੇਸ਼ੈਂਟਸ ਵਿੱਚ ਨਹੀਂ ਦੇਣੀ ਹੈਗੀ। ਸੋ ਇਹ ਲਾਈਵ ਵੈਕਸੀਨਸ ਇਹਨਾਂ ਦੋਨੋਂ ਕੇਸਿਸ 'ਚ ਅਵੋਇਡ ਕਰਨੀਆਂ ਆ। ਹੁਣ ਦੂਜੀ ਸਾਈਡ ਟਾਈਪ ਆਫ ਵੈਕਸੀਨ ਆ ਜਾਂਦੀਆਂ ਹੈਗੀਆਂ ਆ ਕਿਲਡ ਵੈਕਸੀਨਸ ਜਿਨ੍ਹਾਂ ਨੂੰ ਇਨਐਕਟੀਵੇਟਡ ਵੈਕਸੀਨਸ ਵੀ ਬੋਲਿਆ ਜਾਂਦਾ ਆ ਐਂਡ ਇਹਦੇ ਵਿੱਚ ਕਿਹੜੀ ਕਿਹੜੀ ਵੈਕਸੀਨਸ ਆ ਜਾਂਦੀਆਂ ਰੇਬੀਜ਼, IPV, ਹੈਪੇਟਾਈਟਸ B ਐਂਡ ਕੋਲੇਰਾ ਦੀ ਮੋਸਟ ਫਾਰਮਸ ਇਹਦੇ ਵਿੱਚ ਆ ਜਾਂਦੀਆਂ। ਸੋ ਇਹ ਕਿਲਡ ਵੈਕਸੀਨਸ ਜਾਂ ਇਨਐਕਟੀਵੇਟਡ ਵੈਕਸੀਨਸ ਆ ਮੀਨਸ ਇਹਨਾਂ ਵਿੱਚ ਜੋ ਆਰਗੈਨਿਜ਼ਮਸ ਪਾ ਕੇ ਇਹਨਾਂ ਨੂੰ ਪ੍ਰੀਪੇਅਰ ਕੀਤਾ ਗਿਆ ਉਹ ਆਰਗੈਨਿਜ਼ਮਸ ਕਿਲਡ ਫਾਰਮ ਦੇ ਵਿੱਚ ਸੀਗੇ। ਹੁਣ ਕੁਐਸਚਨ 'ਚ ਪੁੱਛਿਆ ਕਿ ਵਿਚ ਆਫ ਦ ਫੋਲੋਇੰਗ ਇਜ਼ ਲਾਈਵ ਐਟੀਨੂਏਟਡ ਵੈਕਸੀਨ। ਆਪਸ਼ਨ ਏ ਰੇਬੀਜ਼ ਐਂਡ ਟਾਈਫਾਇਡ। ਸੋ ਰੇਬੀਜ਼ ਜੋ ਹੈਗੀ ਆ ਕਿਹੜੀ ਟਾਈਪ ਆਫ ਵੈਕਸੀਨ ਦੇ ਵਿੱਚ ਆਉਂਦੀ ਆ ਦੈਟ ਇਜ਼ ਕਿਲਡ ਦੇ ਵਿੱਚ। ਸੋ ਰੇਬੀਜ਼ ਕਿਲਡ ਦੇ ਵਿੱਚ ਆ ਸੋ ਇਹ ਤਾਂ ਆਪਾਂ ਡਾਇਰੈਕਟਲੀ ਇਹਨੂੰ ਰੋਂਗ ਕਰ ਦਾਂਗੇ ਬਿਕੋਜ਼ ਅਸੀਂ ਲਾਈਵ ਵੈਕਸੀਨ ਦੇਖਣੀ ਆ। ਆਪਸ਼ਨ ਬੀ ਮੀਜ਼ਲਸ ਐਂਡ ਜ਼ੋਸਟਰ। ਸੋ ਮੀਜ਼ਲਸ ਕਿਹੜੀ ਕੈਟੇਗਰੀ 'ਚ ਆਉਂਦੀ ਆ ਦੈਟ ਇਜ਼ ਲਾਈਵ, ਜ਼ੋਸਟਰ ਵੀ ਲਾਈਵ ਦੇ ਵਿੱਚ ਆਉਂਦੀ ਆ। ਸੋ ਯੈਸ ਇਹ ਲਾਈਵ ਐਟੀਨੂਏਟਡ ਵੈਕਸੀਨ ਆ, ਦਿਸ ਇਜ਼ ਕਰੈਕਟ ਆਪਸ਼ਨ। ਸੀ ਜੋ ਦਿੱਤੀ ਆਪਸ਼ਨ ਜ਼ੋਸਟਰ ਐਂਡ ਪਲੇਗ। ਸੋ ਜ਼ੋਸਟਰ ਜੋ ਆ ਲਾਈਵ ਦੇ ਵਿੱਚ ਆਉਂਦੀ ਹੈਗੀ ਆ ਬਟ ਜੋ ਪਲੇਗ ਵੈਕਸੀਨ ਹੈਗੀ ਆ ਇਹ ਲਾਈਵ ਐਟੀਨੂਏਟਡ ਵੈਕਸੀਨ ਨਹੀਂ ਆ। ਸੋ ਦਿਸ ਇਜ਼ ਆਲਸੋ ਰੋਂਗ। ਡੀ ਰੇਬੀਜ਼ ਐਂਡ ਕੋਲੇਰਾ। ਸੋ ਰੇਬੀਜ਼ ਤੇ ਕੋਲੇਰਾ ਇਹ ਦੋਨੋਂ ਹੀ ਇਨਐਕਟੀਵੇਟਡ ਵੈਕਸੀਨਸ ਆ, ਦਿਸ ਇਜ਼ ਆਲਸੋ ਰੋਂਗ। ਕਰੈਕਟ ਆਂਸਰ ਆ ਗਿਆ ਆਪਣਾ ਮੀਜ਼ਲਸ ਐਂਡ ਜ਼ੋਸਟਰ ਇਹ ਦੋਨੋਂ ਲਾਈਵ ਵੈਕਸੀਨਸ ਨੇ। ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦ ਫੋਲੋਇੰਗ ਐਂਟੀਬੋਡੀ ਇਜ਼ ਰਿਸਪੋਂਸਿਬਲ ਫॉर ਇਮੀਡੀਏਟ ਐਲਰਜਿਕ ਐਨਾਫਾਈਲੈਕਟਿਕ ਰਿਐਕਸ਼ਨਸ। ਸੋ ਐਂਟੀਬੋਡੀਜ਼ ਵਾਲਾ ਕੁਐਸਚਨ ਅਸੀਂ ਪਹਿਲਾਂ ਵੀ ਕੀਤਾ ਜਿਹਦੇ ਵਿੱਚ ਆਪਾਂ ਇਮਿਊਨੋਗਲੋਬੁਲਿਨ ਦੀ ਟਾਈਪਸ ਕੀਤੀਆਂ। ਹੁਣ ਜੋ ਇਮਿਊਨੋਗਲੋਬੁਲਿਨ E ਹੁੰਦਾ ਆ ਉਹ ਇਮੀਡੀਏਟ ਐਲਰਜਿਕ ਤੇ ਐਨਾਫਾਈਲੈਕਟਿਕ ਰਿਐਕਸ਼ਨਸ ਲਈ ਰਿਸਪੋਂਸਿਬਲ ਹੁੰਦਾ ਆ। ਸੋ ਕਰੈਕਟ ਆਂਸਰ ਆਪਣਾ ਕੀ ਹੋਗਾ ਆਪਸ਼ਨ ਏ IgG, B IgM, C IgA ਔਰ D IgE। ਕਰੈਕਟ ਆਂਸਰ ਕੀ ਆ ਗਿਆ ਆਪਸ਼ਨ D IgE। E ਫॉर ਐਲਰਜਿਕ ਰਿਐਕਸ਼ਨਸ। ਇਹ ਯਾਦ ਰੱਖਣਾ ਜਦੋਂ ਵੀ ਐਲਰਜਨ ਬੋਡੀ ਦੇ ਵਿੱਚ ਐਂਟਰ ਕਰਦਾ ਆ ਤਾਂ IgE ਮਾਸਟ ਸੈਲਸ ਤੇ ਬੇਸੋਫਿਲਸ ਨਾਲ ਬਾਈਂਡ ਹੁੰਦੇ ਆ ਦੈਨ ਹਿਸਟਾਮਿਨ ਰਿਲੀਜ਼ ਹੁੰਦਾ ਆ। ਹਿਸਟਾਮਿਨ ਰਿਲੀਜ਼ ਹੋਣ ਦੇ ਕਰਕੇ ਐਲਰਜੀ ਦੇ ਸਿੰਪਟਮਸ ਅਪੇਅਰ ਹੋਣੇ ਸਟਾਰਟ ਹੋ ਜਾਂਦੇ ਹੈਗੇ ਆ। ਹੁਣ ਐਨਾਫਾਈਲੈਕਟਿਕ ਰਿਐਕਸ਼ਨ ਜਾਂ ਐਲਰਜੀ ਦੇ ਜੋ ਵੀ ਸਾਈਨਸ ਸਟਾਰਟ ਹੁੰਦੇ ਉਹਦੇ ਵਿੱਚ ਆ ਜਾਂਦਾ ਐਨਾਫਾਈਲੈਕਸਿਸ ਹੋਣੀ, ਅਸਥਮਾ ਹੋਣਾ, ਅਰਟੀਕੇਰੀਆ, ਡਰਗ ਐਲਰਜੀ। ਸੋ ਇਹ ਸਾਰੇ ਸਾਈਨਸ ਆਉਂਦੇ ਆ। ਹੁਣ ਜੋ ਆਪਣੇ ਕੋਲ ਬਾਕੀ ਐਂਟੀਬੋਡੀਜ਼ ਜਾਂ ਇਮਿਊਨੋਗਲੋਬੁਲਿਨਸ ਦੇ ਆ ਕੁਐਸਚਨ ਦੇ ਵਿੱਚ ਆਪਸ਼ਨ ਏ IgG। ਸੋ IgG ਗੋਜ਼ ਥਰੂ ਪਲੇਸੈਂਟਾ। ਸੋ ਇਹ ਉਹ ਐਂਟੀਬੋਡੀ ਆ ਜੋ ਕਿ ਪਲੇਸੈਂਟਾ ਕ੍ਰੋਸ ਕਰਦਾ ਹੈਗਾ ਆ ਐਂਡ ਇਹ ਲੌਂਗ ਟਰਮ ਇਮਿਊਨਿਟੀ ਲਈ ਇੰਪੋਰਟੈਂਟ ਆ। ਜੋ ਆਪਸ਼ਨ B ਦਿੱਤੀ ਹੈ IgM। ਸੋ IgM ਐਕਟਿਵ ਹੁੰਦਾ ਆ ਡਿਊਰਿੰਗ ਐਕਿਊਟ ਇਨਫੈਕਸ਼ਨ। ਦੈਨ ਇਜ਼ IgA। ਸੋ IgA ਜੋ ਹੈ ਬ੍ਰੈਸਟ ਮਿਲਕ ਵਿੱਚ ਇੰਪੋਰਟੈਂਟ ਆ। ਬ੍ਰੈਸਟ ਮਿਲਕ ਦੇ ਥਰੂ ਇਹ ਬੇਬੀ ਨੂੰ ਇਮਿਊਨਿਟੀ ਪ੍ਰੋਵਾਈਡ ਕਰਦਾ ਆ ਐਂਡ ਆਲਸੋ ਇੰਪੋਰਟੈਂਟ ਫॉर ਮਿਊਕੋਜ਼ਲ ਇਮਿਊਨਿਟੀ। ਠੀਕ ਹੈ ਜੀ। ਸੋ next question is which of the following vaccine is contraindicated in pregnancy। ਸੋ ਜਿੱਦਾਂ ਮੈਂ ਆਲਰੇਡੀ ਤੁਹਾਨੂੰ ਕੁਐਸਚਨ 'ਚ ਦੱਸਿਆ ਸੀਗਾ ਕਿ ਜਿੰਨੀਆਂ ਵੀ ਲਾਈਵ ਵੈਕਸੀਨਸ ਹੁੰਦੀਆਂ ਆ ਸੋ ਸਾਰੀਆਂ ਲਾਈਵ ਵੈਕਸੀਨਸ ਪ੍ਰੈਗਨੈਂਸੀ ਦੇ ਵਿੱਚ ਕੰਟਰਾਇੰਡੀਕੇਟਡ ਹੁੰਦੀਆਂ ਆ। ਮੋਸਟਲੀ ਲਾਈਵ ਵੈਕਸੀਨਸ 'ਚ ਕਿਹੜੀਆਂ ਆ ਜਾਂਦੀਆਂ ਜੋ ਕੰਟਰਾਇੰਡੀਕੇਟਡ ਹੁੰਦੀਆਂ ਆ BCG, MMR, OPV ਦੈਨ ਵੈਰੀਸੇਲਾ। ਸੋ ਇਹ ਅਵੋਇਡ ਕਰਨੀਆਂ ਹੁੰਦੀਆਂ ਆ ਡਿਊਰਿੰਗ ਪ੍ਰੈਗਨੈਂਸੀ ਬਿਕੋਜ਼ ਅਗਰ ਇਹ ਪ੍ਰੈਗਨੈਂਸੀ 'ਚ ਦਿੱਤੀਆਂ ਗਈਆਂ ਤਾਂ ਫੀਟਸ ਦੇ ਵਿੱਚ ਇਨਫੈਕਸ਼ਨ ਰਿਸਕ ਇੰਕਰੀਜ਼ ਹੋ ਜਾਂਦਾ ਹੈਗਾ ਆ ਇਹਨਾਂ ਦੇ ਕਰਕੇ। ਦੂਜੀ ਸਾਈਡ ਕੁਛ ਵੈਕਸੀਨਸ ਜੋ ਪ੍ਰੈਗਨੈਂਸੀ ਦੇ ਵਿੱਚ ਸੇਫ ਹੁੰਦੀਆਂ ਆ ਦੈਟ ਇਜ਼ ਟੈਟਨਸ ਟੋਕਸੋਇਡ ਔਰ TD ਵੈਕਸੀਨ ਜੋ ਹੈ ਦੈਨ ਇਨਫਲੂਐਂਜ਼ਾ ਇਨਐਕਟੀਵੇਟਡ
ਵੈਕਸੀਨ ਇਜ਼ ਆਲਸੋ ਸੇਫ ਇਨ ਪ੍ਰੈਗਨੈਂਸੀ ਐਂਡ ਪਰਟਿਊਸਿਸ। ਸੋ ਇਹ ਵਾਲੀਆਂ ਵੈਕਸੀਨਸ ਪ੍ਰੈਗਨੈਂਸੀ ਦੇ ਵਿੱਚ ਸੇਫ ਹੁੰਦੀਆਂ ਆ ਐਂਡ ਦਿੱਤੀਆਂ ਜਾ ਸਕਦੀਆਂ ਆ। ਸੋ ਕੁਐਸਚਨ 'ਚ ਸਾਨੂੰ ਪੁੱਛਿਆ ਕਿ ਕਿਹੜੀ ਕੌਂਟਰਾ ਇੰਡੀਕੇਟਡ ਆ। ਆਪਸ਼ਨ ਏ BCG, B TT, C ਇਨਫਲੂਐਂਜ਼ਾ, D ਪਰਟਿਊਸਿਸ। ਸੋ TT ਵੀ ਦੇ ਸਕਦੇ ਆ ਪ੍ਰੈਗਨੈਂਸੀ 'ਚ, ਇਨਫਲੂਐਂਜ਼ਾ ਵੀ, ਪਰਟਿਊਸਿਸ ਵੀ। ਜੋ ਕੌਂਟਰਾ ਇੰਡੀਕੇਟਡ ਆ ਦੈਟ ਇਜ਼ ਲਾਈਵ ਵੈਕਸੀਨ, that is BCG।